मैं ट्रॉलरों का नाम रखिया हल्के हुए कुत्ते। समझे इन्होंने रखे हुए ने एजेंसियां ने, जिस देश दी एजेंसियां इस देश दी सरकारों ने कि तुसीं भौंकना है, कुछ भी हो जाए, खासकर सिखां इन्होंने चोज मारते रहना, मारते रहना, मारते रहना, मारते रहना। बिलीव करा देना लोगों को कि जी वाकई खालिस्तानी ने, वाकई अतवादी ने। सिखां नूं छेड़ना बंद कर दो। मैं थोनों अज चेतावनी दिना, जिस दिन एक कौम छिड़ गई ना बीबा जी, थोतों सामभे नहीं जाने। इस करके मैं बेनती करदा थोनों हाथ जोड़ के, इस देश नूं धर्मां कांडां दे विच ना वंडो, ऊच नीच दे विच ना वंडो। ये गाहां जिहड़ियां किस तरह तुसीं बीज रहे हो, इहदियां 16 थोड़े किबड़ियां ने। कमाल दी गल है। चेतन शर्मा ਉਹ ਮੁੰਡਾ ਨਵਾਂ ਆਇਆ ਸੀ, ਉਹਨੂੰ ਬਾਲ ਫੜਾਤੀ, ਲਾਸਟ ਬਾਲ ਤੇ ਉਹਨੇ ਫੁੱਲ ਟਾਸ ਮਾਰੀ ਤੇ ਛੱਕਾ ਹੋ ਗਿਆ। ਜਵਲ ਮੀਆਂ ਦਾ ਪਾਕਿਸਤਾਨ ਦਾ ਪਲੇਅਰ ਸੀ ਤੇ ਅਸੀਂ ਮੈਚ ਹਾਰ ਗਏ। ਕਿਸੇ ਨੇ ਨਹੀਂ ਕਿਹਾ ਇਹ ਅੱਤਵਾਦੀ ਹੈ। ਕਪਿਲ ਦੇਵ ਸਾਡਾ ਕਿੱਡਾ ਵੱਡਾ ਪਲੇਅਰ, ਉਹ ਟੀਵੀ ਤੇ ਰੋਇਆ, ਮੈਚ ਫਿਕਸਿੰਗ ਦੇ ਆਰੋਪ ਲੱਗੇ, ਕਿਸੇ ਨੇ ਨਹੀਂ ਕਿਹਾ ਇਹ ਅੱਤਵਾਦੀ ਹੈ। ਜਿਹੜੇ ਆ ਟ੍ਰੋਲਰਸ ਦੀ ਆ ਹਰਕਤਾਂ ਨੇ, ਆ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ, ਇਹਨਾਂ ਦਾ ਕਿੰਨਾ ਕੁ ਦਬਾਅ ਤੁਹਾਨੂੰ ਲੱਗਦਾ ਹੈ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਖਿਡਾਰੀਆਂ ਤੇ ਪਏਗਾ? ਉਹ ਬੇਟਾ ਜੀ, ਇਹ ਛਲਾਰੂਆਂ ਨੂੰ ਤੁਸੀਂ ਲੋਕਾਂ ਨੇ ਸਿਰ ਤੇ ਚੜਾਇਆ, ਚੈਨਲ ਵਾਲਿਆਂ ਨੇ, ਸੋਸ਼ਲ ਮੀਡੀਆ ਨੇ। ਪਿੰਡਾਂ 'ਚ ਜਾਇਓ ਕਦੇ ਗੱਡੀ ਲੈ ਕੇ, ਤੁਹਾਨੂੰ ਟੋਲਾ ਮਿਲੂਗਾ ਕੁੱਤਿਆਂ ਦਾ, ਬੁੱਲ ਟਾਇਰਾਂ ਦਾ, ਜਿਹੜੇ ਰੂੜੀ ਵਾਲੇ ਕੁੱਤੇ ਹੁੰਦੇ ਆ, 40-50 ਇਕੱਠੇ ਹੋ ਕੇ ਵਾਹ 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 ਵਾਹ, ਗੱਡੀ ਜਾ ਰਹੀ ਵਾਹ 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 ਵਾਹ, ਜਿਹਨੂੰ ਬੋਟੀਆਂ ਸੁੱਟ ਦਿਓ, ਫਿਰ ਥੋੜੀ ਦਿੱਲੀ 'ਚ ਪਹੁੰਚ ਜੂਗੇ। ਫਿਰ ਤੁਸੀਂ ਕਹਿੰਦੇ ਨਾ ਤੂੰ ਦੇ ਕੇ ਰਹੇ ਹੋ, ਮੈਂ ਤਾਂ ਉਹਦੀ ਪਰਵਾਹ ਨਹੀਂ ਕਰਦਾ। ਜਿਹੜੇ ਭੁੱਲ ਗਏ ਕਿ ਸਿੱਖਾਂ ਦੇ ਗੁਰੂਆਂ ਨੇ, ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, ਸਾਡੇ ਉੱਤੇ ਠਹਿਰਾ ਪਾਇਆ, ਸਾਡੀਆਂ ਧੀਆਂ ਭੈਣਾਂ ਨੂੰ ਬਚਾਇਆ, ਸਾਡੇ ਵੱਡ ਵਡੇਰਿਆਂ ਨੂੰ ਬਚਾਇਆ, ਉਹਨਾਂ ਨੂੰ ਜੱਫੀ ਪਾ ਕੇ ਇਸ ਕੌਮ ਨੂੰ ਆਪਣੀ ਬੁੱਕਲ 'ਚ ਰੱਖ ਲੈਣਾ ਚਾਹੀਦਾ ਹੈ। ਇਤਿਹਾਸ ਬਹੁਤ ਸ਼ਾਨਦਾਰ ਹੈ, ਖਾਸ ਕਰ ਜੇ ਸਿੱਖਾਂ ਦੀ ਗੱਲ ਕੀਤੀ ਜਾਵੇ। ਜਿੱਦਾਂ ਕਿ ਮੈਂ ਸ਼ੁਰੂਆਤ, ਇਤਿਹਾਸ ਹੀ ਸਿੱਖਾਂ ਦਾ ਹੈ, ਹੋਰ ਤਾਂ ਕੋਈ ਇਤਿਹਾਸ ਹੀ ਹੈ ਨਹੀਂ। ਦੱਸੋ ਕਿਹੜਾ ਹੈਗਾ? ਹੋਰ ਕੋਈ ਹਿਸਟਰੀ ਹੈਗੀ ਤੁਹਾਨੂੰ ਦੱਸ ਦਿਓ। ਬਦਨਸੀਬੀ ਹੈ ਸਾਡੀ ਸਿੱਖ ਕੌਮ ਦੀ ਕਿ ਅਸੀਂ ਇੱਕ ਤਾਂ ਇਕੱਠੇ ਨਹੀਂ ਹੋ ਸਕਦੇ। ਦੂਜੀ ਗੱਲ, ਸਾਡੇ ਕੋਲ ਲੀਡਰ ਹੀ ਕੋਈ ਨਹੀਂ। ਅੱਜ ਸਿੱਖ ਕੌਮ ਨੂੰ ਇੱਕ ਜਰਨੈਲ ਚਾਹੀਦਾ ਜਿਹੜਾ ਮੂਹਰੇ ਚੱਲ ਸਕੇ ਤੇ ਸਰਕਾਰ ਦੀਆਂ, ਲੋਕਾਂ ਦੀਆਂ ਅੱਖਾਂ ਚੱਖ ਪਾ ਕੇ ਗੱਲ ਕਰ ਸਕੇ ਤੇ ਪਿੱਛੇ ਉਹਦੇ ਚੱਲੇ ਜਰਾ 2-3 ਕਰੋੜ ਬੰਦਾ ਹੈ, ਕਹਿੰਦੇ ਨੇ 2% ਲੈ ਲਾਂਗੇ, ਲੱਗੋ ਤੁਸੀਂ ਆਇਓ, ਸੀ ਤੁਹਾਨੂੰ ਦੱਸਾਂਗੇ ਕਿਹੜੇ ਪੱਗ ਦੇ। ਮੌਤ ਦਾ ਦਰੂਰ ਸਤਾਉਂਦਾ ਹੈ ਜਿਨ੍ਹਾਂ ਨੇ ਗਨਮੈਨ ਰੱਖੇ, ਜ਼ੈਡ ਸਿਕਿਉਰਿਟੀ, 100 ਬੰਦੇ, ਆ ਜਾ ਆ ਜਾ ਆ ਜਾ ਮੇਰੇ ਆਲੇ ਦੁਆਲੇ। ਦੇਖੋ ਇਹਨਾਂ ਦੇ ਲੀਡਰਾਂ ਦਾ ਹਾਲ, ਆਹਾ ਢੰਡਰੀਆਂ ਵਾਲਾ ਇਹਨੇ ਰੱਖੇ ਆ, ਉਹ ਫੜ ਕੇ ਚਾਰ ਕੇ ਫੋਟੇ ਸਾਹਮਣਾ ਬੰਦੇ। ਚੋਰ ਤੇ ਠੱਗ ਹਮੇਸ਼ਾ ਆਪਣੀ ਸਿਕਿਉਰਿਟੀ ਕਰੂਗਾ। ਸਿਮਰਨਜੀਤ ਸਿੰਘ ਮਾਨ ਜੀ ਦੇ ਬੇਟੇ ਜਿਹੜੇ ਇਮਾਨ ਹੈਗੇ ਆ, ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਅਰਸ਼ਦੀਪ ਨੂੰ ਕੋਈ ਇੰਨਾ ਇਸ ਚੀਜ਼ ਨੂੰ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਜੇ ਉਹਨਾਂ ਨੂੰ ਖਾਲਿਸਤਾਨ ਕਿਹਾ। ਸਿੱਖ ਕੌਮ ਦੇ ਵਿੱਚ ਗੱਦਾਰਾਂ ਦੀ ਕੋਈ ਕਮੀ ਨਹੀਂ। ਚਲੋ ਇਹ ਛੱਡੋ, ਇਹਨੂੰ ਇਹ ਪੁੱਛੋ 150 ਕਿੱਲਾ ਜ਼ਮੀਨ ਜਿਹੜੀ ਤੇਰੀ ਖਾਲੀ ਕਰਾਈ ਹੈ ਹੁਣੇ ਸੀਐਮ ਨੇ ਆਪ ਵਿੱਚ ਬੈਠ ਕੇ, ਇਹ ਕਿੱਥੋਂ ਆਈ ਹੈ? ਇਹਨਾਂ ਨੂੰ ਸਿਰਫ ਸੱਤਾ ਚਾਹੀਦੀ ਹੈ, ਪੈਸਾ ਚਾਹੀਦਾ ਹੈ। ਮੈਂ ਅਰਸ਼ਦੀਪ ਨੂੰ ਗੱਲ ਕਹੀ ਸੀ ਕੱਲ ਵੀ, ਔਰ ਅੱਜ ਫਿਰ ਕਰਨਾ, ਪੁੱਤਰਾ ਪਰਵਾਹ ਨਹੀਂ ਕਰਨੀ, ਤੂੰ ਆਪ ਮਿਹਨਤ ਕੀਤੀ ਹੈ, ਦੇਸ਼ ਲਈ ਖੇਡ ਰਹੇ, ਬੜੀ ਗੌਰਵ ਦੀ ਗੱਲ ਹੈ ਪੰਜਾਬ ਵਾਸਤੇ, ਦੇਸ਼ ਵਾਸਤੇ। ਬੀਬਾ ਜੀ, ਕੁੱਤੇ ਬਿੱਲੇ ਭੌਂਕਦੇ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ, ਤੇ ਕਾਵਾਂ ਦੇ ਬਹਿਣ ਨਾਲ ਕਦੇ ਬਣੇ ਨਹੀਂ ਟੈਂਦੇ। ਪੰਜਾਬ ਦੀ ਸਿੱਖ ਕੌਮ ਦੀ ਜੇਕਰ ਗੱਲ ਕੀਤੀ ਜਾਵੇ ਔਰ ਇਤਿਹਾਸ ਫਰੋਲਿਆ ਜਾਏ ਤੇ ਸਿੱਖਾਂ ਦੀ ਅਨੇਕਾਂ ਹੀ ਬਲੀਦਾਨੀਆਂ ਤੇ ਕੁਰਬਾਨੀਆਂ ਨੇ। ਔਰ ਉੱਥੇ ਹੀ ਜੇਕਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤੇ ਹਰ ਮਸਲੇ ਦੇ ਵਿੱਚ ਸਿੱਖਾਂ ਦਾ, ਪੰਜਾਬ ਦਾ ਇੱਕ ਵੱਡਾ ਕੰਟਰੀਬਿਊਸ਼ਨ, ਉਹਨਾਂ ਦਾ ਇੱਕ ਵੱਡਾ ਯੋਗਦਾਨ ਵੇਖਿਆ ਜਾਂਦਾ ਹੈ। ਔਰ ਫਿਰ ਅਚਾਨਕ ਕੀ ਹੁੰਦਾ ਹੈ? ਟ੍ਰੋਲਰਸ ਇੱਕ ਖਿਡਾਰੀ ਨੂੰ ਜੋ ਸਿਰ ਤੇ ਪਟਕਾ ਸਜਾ ਕੇ ਆਪਣੇ ਦੇਸ਼ ਨੂੰ, ਆਪਣੀ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਉਸ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ, ਸਿਰਫ ਔਰ ਸਿਰਫ ਇੱਕ ਕੈਦ ਛੱਡਣ ਤੇ। ਇਹ ਮਸਲਾ ਆਪਣੇ ਆਪ ਦੇ ਵਿੱਚ ਸ਼ਰਮਸਾਰ ਹੈ। ਔਰ ਇਸੇ ਦੇ ਚੱਲਦੇ ਅਸੀਂ ਗੱਲਬਾਤ ਕਰਨਾ ਚਾਹਾਂਗੇ ਉਹਨਾਂ ਦੇ ਨਾਲ ਜਿਨ੍ਹਾਂ ਦੇ ਕੋਲ ਜ਼ਿੰਦਗੀ ਦਾ ਹੀ ਨਹੀਂ, ਸਪੋਰਟਸ ਦਾ ਵੀ, ਸਿਨੇਮਾ ਦਾ ਵੀ ਇੱਕ ਸ਼ਾਨਦਾਰ ਤਜਰਬਾ ਹੈ। ਸਾਡੇ ਨਾਲ ਨੇ ਯੋਗਰਾਜ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਸਭ ਤੋਂ ਪਹਿਲੇ ਤੇ ਗੱਲ ਇੱਥੇ ਆਉਂਦੀ ਹੈ ਕਿ ਕੀ ਇੱਕ ਖੇਡ ਜਿਹੜੀ ਹੈ ਉਸ ਨੂੰ ਖੇਡ ਨਾ ਸਮਝ ਕੇ ਉਹਨੂੰ ਜੋੜ ਦਿੱਤਾ ਜਾਂਦਾ ਹੈ ਇੱਕ ਕਮਿਊਨਿਟੀ ਦੇ ਨਾਲ, ਹਾਰ ਨੂੰ ਜੋੜ ਜਾਂਦਾ ਹੈ ਇੱਕ ਕਮਿਊਨਿਟੀ ਦੇ ਨਾਲ, ਤੇ ਇਸ ਨੂੰ ਲੈ ਕੇ ਤੁਸੀਂ ਉਹਨਾਂ ਟ੍ਰੋਲਰਸ ਨੂੰ ਪਹਿਲੇ ਤੱਕ ਕੀ ਕਹਿਣਾ ਚਾਹੋਗੇ? ਬੀਬਾ ਜੀ, ਬੇਟਾ ਜੀ, ਖੇਡ ਦੀ ਗੱਲ ਕਰਾਂਗੇ ਬਾਅਦ 'ਚ, ਪਹਿਲਾਂ ਆਪਾਂ ਕਰਦੇ ਹਾਂ ਦੇਸ਼ ਦੀ ਗੱਲ।
800 ਸਾਲ 900 ਸਾਲ 1000 ਸਾਲ ਪੁਰਾਣਾ ਇਤਿਹਾਸ ਹਿੰਦੁਸਤਾਨ ਦਾ ਪਰੋਲੋ ਮੁਹੰਮਦ ਗਜ਼ਨੀ ਤੋਂ ਲੈ ਕੇ ਔਰੰਗਜ਼ੇਬ ਤੱਕ, ਔਰੰਗਜ਼ੇਬ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ, ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੰਗਰੇਜ਼ਾਂ ਦਾ 150 ਸਾਲ ਰਾਜ। ਇਹ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਰਿਹਾ ਔਰ ਇਸ ਦੇਸ਼ ਉੱਤੇ ਅਣਗਿਣਤ ਜ਼ੁਲਮ ਮੁਗਲਾਂ ਨੇ ਕੀਤੇ, ਅਣਗਿਣਤ ਜ਼ੁਲਮ ਅੰਗਰੇਜ਼ਾਂ ਨੇ ਕੀਤੇ। ਤੁਸੀਂ ਹੁਣ ਇੱਕ ਗੱਲ ਕਹੀ ਸਿੱਖ ਕੌਮ ਦੀ, ਇਹ ਖੁਸ਼ਨਸੀਬੀ ਹੈ ਹਿੰਦੁਸਤਾਨ ਦੀ, ਇਸ ਸਰਜ਼ਮੀਨ ਦੀ ਕਿ ਇੱਥੇ ਗੁਰੂ ਨਾਨਕ ਦੇਵ ਜੀ ਪੈਦਾ ਹੋਏ, 10 ਗੁਰੂ ਆਏ, ਸ਼ਹੀਦ ਸਿੰਘ ਜਿਨ੍ਹਾਂ ਨੇ ਆਪਣੇ ਸੀਸ ਦਿੱਤੇ, ਬੰਦ ਕਟਾਏ, ਮਾਵਾਂ ਭੈਣਾਂ ਧੀਆਂ ਬਜ਼ੁਰਗ ਬੱਚਿਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ। ਜੇ ਤੁਸੀਂ ਮੁਗਲਾਂ ਦਾ ਰਾਜ ਪੜ੍ਹੋ ਤਾਂ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਸੀ ਕਿ ਇਸ ਦੇਸ਼ ਨੂੰ ਆਜ਼ਾਦ ਕਰਾ ਸਕਦੀ। ਪਹਿਲੇ 5 ਗੁਰੂਆਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਨੇ ਸਮਝਾਇਆ, ਸਭ ਕੁਝ ਕੀਤਾ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਗਿਆ। ਫਿਰ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਹੁਣ ਮੀਰੀ ਪੀਰੀ ਨੇ 2 ਤਲਵਾਰਾਂ ਪੈਣੀਆਂ। ਫਿਰ ਜਾ ਕੇ ਉਹਨਾਂ ਦੇ ਪੋਤਰੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਉਹਨਾਂ ਨੇ ਕਿਹਾ ਵੀ ਹੁਣ ਗੱਲ ਪਿਆਰ ਨਾਲ ਨਹੀਂ ਹੋਣੀ, ਹੁਣ ਗੱਲ ਸ੍ਰੀ ਸਾਹਿਬ ਨਾਲ ਹੋਊਗੀ, ਤਲਵਾਰ ਨਾਲ ਹੋਊਗੀ, ਜਿਹਨੂੰ ਕਿ ਬੜਾ ਕੰਡੈਮ ਕੀਤਾ ਗਿਆ। ਮਹਾਤਮਾ ਗਾਂਧੀ ਨੇ ਗੱਲ ਕਹਿਤੀ ਕਿ ਇੱਕ ਫਕੀਰ ਨੇ ਲੋਕਾਂ ਦੇ ਹੱਥ ਤਲਵਾਰਾਂ ਫੜਾਤੀਆਂ। ਬਹੁਤ ਸਾਰੇ ਲੋਕਾਂ ਨੇ ਕੰਡੈਮ ਕੀਤਾ ਔਰ ਇਹ ਸਿੱਖੀ ਦੇ ਖਿਲਾਫ ਜਿਹੜੀ ਮੁਹਿੰਮ ਇਸ ਦੇਸ਼ 'ਚ ਚੱਲੀ ਹੈ ਉਹ ਅੱਜ ਦੀ ਨਹੀਂ ਚੱਲੀ, ਇਹ ਉਦੋਂ ਦੀ ਸ਼ੁਰੂ ਹੋਈ ਹੈ ਜਦ ਗੁਰੂ ਨਾਨਕ ਦੇਵ ਜੀ ਨੇ ਤਿਲਕ ਲਾਉਣਾ ਤੇ ਜੰਜੂ ਪਾਉਣਾ ਮਨਾ ਕਰਤਾ ਆਪਣੇ ਪਿਤਾ ਜੀ ਨੂੰ ਤੇ ਆਪਣੀ ਸੁਸਾਇਟੀ ਨੂੰ ਤੇ ਆਪਣੇ ਕਲਚਰ ਨੂੰ ਤੇ ਆਪਣੇ ਧਰਮ ਨੂੰ। ਉਹਨਾਂ ਨੇ ਕਿਹਾ ਮੈਂ ਇੱਕ ਨਵਾਂ ਧਰਮ ਬਣਾਉਣਾ, ਸਿੱਖੀਜ਼ਮ, ਜਿਹੜਾ ਡਾਇਰੈਕਟਲੀ ਉਸ ਅਕਾਲ ਪੁਰਖ ਨਾਲ, ਮਹਾਕਾਲ ਨਾਲ ਲਿੰਕਡ ਹੈ। ਦੁਨੀਆ ਜਹਾਨ 'ਚ ਗਏ, ਮੱਠਾਂ ਸਾਧਾਂ ਜੋ ਵੀ ਇੱਥੇ ਹੋ ਰਿਹਾ ਸੀ, ਊਚ ਨੀਚ, ਕੀ ਹਾਲ ਸੀ ਇਸ ਦੇਸ਼ ਦਾ, ਤੁਸੀਂ ਹਿਸਟਰੀ ਪੜ੍ਹੋ। ਤਾਂ ਹੀ ਮੈਂ ਕਹਿੰਦਾ ਇਸ ਦੇਸ਼ ਨੂੰ ਨਾ ਜਦ ਹਿਸਟਰੀ ਸੁਣਾਈ ਜਾਂਦੀ ਹੈ ਇਹਨਾਂ ਦੇ ਲੋਕਾਂ 'ਚ ਤੜਫਣ ਬੜੀ ਆ ਜਾਂਦੀ ਹੈ, ਸਪੈਸ਼ਲੀ ਇਹ ਜਿਹੜੇ ਰਾਜਗੱਦੀਆਂ 'ਤੇ ਬੈਠੇ ਹੈ ਕਿ ਲਓ ਜੀ ਸਾਡੇ ਬਾਰੇ ਆਹ ਕਿਹਾ ਜਾਂਦਾ। ਇਹ ਸੱਚ ਹੈ, ਸੱਚ ਸੁਣਨਾ ਚਾਹੀਦਾ ਤੇ ਸੱਚ ਕਹਿਣਾ ਵੀ ਬੜਾ ਔਖਾ ਹੈ। ਬਾਬਾ ਬੰਤਾ ਸਿੰਘ ਜੀ ਇਸ ਦੇਸ਼ ਦੇ ਹਾਲਾਤ ਸੁਣਾ ਰਹੇ ਨੇ। ਮੈਂ ਗੱਲ ਸਪੋਰਟਸ 'ਤੇ ਲੈ ਆਊਂਗਾ ਜਿਹੜੀ ਤੁਸੀਂ ਸਵਾਲ ਪੁੱਛਿਆ। ਔਰੰਗਜ਼ੇਬ ਨੂੰ ਇਹ ਬੜਾ ਸੀ, ਮੁਗਲਾਂ ਨੂੰ ਬੜਾ ਸੀ ਵੀ ਅਸੀਂ ਸਿੱਖ ਕੀ ਆ, ਇੰਨੇ ਕੁ ਸਿੱਖ ਨੇ, ਟੋਟਲ ਸਿੱਖ ਨੇ 40 ਸਿੱਖ, 10 ਲੱਖ ਦੀ ਫੌਜ ਨੂੰ ਮਿੱਟੀ 'ਚ ਮਿਲਾਉਂਦੇ ਰਹੇ ਹੈ। 22 ਤਾਰ ਦੇ ਰਾਜੇ ਜਿਨ੍ਹਾਂ ਵਾਸਤੇ ਲੜਿਆ ਜਾ ਰਿਹਾ ਸੀ, ਜਿਨ੍ਹਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਗੁਰੂਆਂ ਨੇ ਤਲਵਾਰ ਚੱਕੀ, ਆਹੂਤੀਆਂ ਦਿੱਤੀਆਂ, ਸ਼ਹੀਦੀਆਂ ਹੋਈਆਂ, ਉਹੀ ਖਿਲਾਫ ਲੜਦੇ ਰਹੇ। 14 ਜੰਗਾਂ ਗੁਰੂ ਸਾਹਿਬ ਨਾਲ ਕੀਤੀਆਂ, 4 ਜੰਗਾਂ ਹਰਗੋਬਿੰਦ ਸਾਹਿਬ ਨਾਲ ਕੀਤੀਆਂ ਗੁਰੂ ਮਹਾਰਾਜ ਨੇ। ਇਹ ਇਤਿਹਾਸ ਹੈ ਔਰ ਸਿੱਖਾਂ ਦਾ ਡੰਕਾ ਸਾਰੀ ਦੁਨੀਆ 'ਚ ਅੱਜ ਵੱਜ ਰਿਹਾ ਹੈ, ਵੱਜੇਗਾ। ਔਰ ਇੱਕ ਦਿਨ ਇਸ ਦੁਨੀਆ ਦੇ ਵਿੱਚ ਲੋਕ ਜਦ ਗੁਰਬਾਣੀ ਨਾਲ, ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਗੇ ਤਾਂ ਇੱਥੇ ਬਿਲਕੁਲ ਸਤਿਯੁਗ ਆਏਗਾ, ਕੋਈ ਸ਼ੱਕ ਨਹੀਂ। ਕਹੇ ਗਏ ਨੇ। ਲੇਕਿਨ ਦੁੱਖ ਭਰੀ ਗੱਲ ਇਹ ਹੈ ਕਿ ਮੁਗਲਾਂ ਨਾਲ ਲੜੇ, ਬੜੀ ਚੰਗੀ ਗੱਲ ਆ, ਬਾਹਰੋਂ ਆਏ ਸੀ, ਸਾਡੇ ਦੇਸ਼ 'ਤੇ ਕਬਜ਼ਾ ਕੀਤਾ, ਲੜੇ, ਆਜ਼ਾਦ ਕਰਾਇਆ। ਫਿਰ ਇਹਨਾਂ ਨੇ ਅੰਗਰੇਜ਼ ਵਾੜ ਲਏ, ਫਿਰ ਅੰਗਰੇਜ਼ ਕੱਢੇ। ਅੰਗਰੇਜ਼ਾਂ ਦੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ 'ਤੇ ਅੰਗਰੇਜ਼ ਪੈਰ ਨਹੀਂ ਪਾ ਸਕੇ। 40 ਸਾਲ ਉਹਨੇ ਰਾਜ ਕੀਤਾ। ਫਿਰ ਸਾਡੇ ਲੋਕਾਂ ਨੇ ਗੱਦਾਰੀ ਕੀਤੀ, ਪੈਰ 'ਤੇ ਪੰਜਾਬ ਦੇ ਪੰਜਾਬੀਆਂ ਨੇ, ਲੋਕਾਂ ਨੇ ਗੱਦਾਰੀ ਕੀਤੀ। ਸਿੱਖਾਂ ਨੇ ਜਿਹੜੇ ਸੋ ਕਾਲਡ ਸੀ, ਜਿਹੜੇ ਦਾੜੇ ਰੱਖ ਕੇ ਪੱਗ ਬੰਨ੍ਹ ਕੇ, ਉਹਨਾਂ ਨੇ ਗੱਦਾਰੀਆਂ ਕੀਤੀਆਂ। ਉਹਨਾਂ ਦੀਆਂ ਲਿਸਟਾਂ ਮੈਂ ਤੁਹਾਨੂੰ ਦੇ ਸਕਦਾ, ਕਦੇ ਇਸ ਵਿਸ਼ੇ 'ਤੇ ਆਪਾਂ ਇੰਟਰਵਿਊ ਕਰਾਂਗੇ। ਕਾਂਗਰਸ ਨੇ ਰਾਜ ਸੰਭਾਲ ਲਿਆ। ਮਹਾਤਮਾ ਗਾਂਧੀ ਨੇ, ਜਵਾਹਰ ਲਾਲ ਨਹਿਰੂ ਨੇ ਝੂਠ ਬੋਲਿਆ, ਸਾਡੇ ਲੀਡਰ ਵਿਕ ਗਏ, ਸਾਨੂੰ ਇੱਥੇ ਰਹਿਣਾ ਪੈ ਗਿਆ। ਲੇਕਿਨ ਸਿੱਖਾਂ ਨੇ ਜਦ ਵੀ ਗੁਰੂ ਮਹਾਰਾਜ ਨੇ ਹੁਕਮ ਦਿੱਤੇ, 4 ਦਰਵਾਜ਼ੇ ਹਰਿਮੰਦਰ ਸਾਹਿਬ ਬਣਾਏ ਕਿ ਸਾਰੇ ਧਰਮ, ਸਾਰੇ ਵਰਗ ਦੇ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਉਪਦੇਸ਼ ਨੂੰ ਸੁਣਦੇ ਅਸੀਂ ਸਾਰੇ ਸਿੱਖ ਕੌਮ ਦੇ ਬੰਦੇ, ਹਿੰਦੂ ਧਰਮ ਦੇ ਬੰਦੇ, ਮੁਸਲਮਾਨ ਧਰਮ ਦੇ ਬੰਦੇ, ਜਾਂ ਉਹ ਕਿਸੇ ਵੀ ਧਰਮ ਦੇ ਬੰਦੇ ਸੀ, ਉਹ ਸਾਰੇ ਇਕੱਠੇ ਇੱਕ ਜਗ੍ਹਾ ਇੱਕ ਪਿਆਰ ਭਰੀ ਸਭਾ ਨਾਲ ਰਹਿ ਰਹੇ ਸੀ। ਜਦ ਤੁਸੀਂ ਕਿਸੇ ਤੇ ਜ਼ੁਲਮ ਕਰਦੇ ਹੋ, ਬਾਹਰਲੇ ਜ਼ੁਲਮ ਕਰਨ ਸਮਝ ਸਕਦੇ ਆ, ਅੰਗਰੇਜ਼ ਨੇ ਜ਼ੁਲਮ ਕੀਤਾ ਸਮਝ ਸਕਦੇ ਆ ਕਿਉਂਕਿ ਬਾਹਰਲੇ, ਲੇਕਿਨ ਜਦ ਘਰ ਦੇ ਜ਼ੁਲਮ ਕਰਨ ਤੇ ਆ ਜਾਣ ਉਦੋਂ ਫਿਰ ਉਸ ਘਰ ਦਾ ਕੁਝ ਬਚਦਾ ਨਹੀਂ। ਤੁਸੀਂ ਬੇਟਾ ਜੀ 3-4 ਗੱਲਾਂ ਬੜੀਆਂ ਵਧੀਆ ਕਹੀਆਂ, ਮੈਂ ਤੁਹਾਨੂੰ ਐਡਮਾਇਰ ਕਰਦਾ
ਕਿ ਤੁਹਾਡੇ ਵਰਗੀਆਂ ਬੇਟੀਆਂ 'ਚ ਇਹ ਹਿੰਮਤ ਤਾਂ ਹੈ ਨਾ ਗੱਲ ਕਰਨ ਦੀ ਵੀ ਆਹ ਕੁਛ ਸਿੱਖਾਂ ਨਾਲ ਹੋ ਰਿਹਾ, ਪੰਜਾਬ ਨਾਲ ਹੋ ਰਿਹਾ, ਇੱਦਾਂ ਹੋ ਰਿਹਾ। ਸ਼ਾਬਾਸ਼ ਹੈ। ਜਿਹੜੀ ਤੁਹਾਡੇ ਤੋਂ ਪਹਿਲਾਂ ਬੇਟੀ ਆਈ ਸੀ ਉਹਨੇ ਵੀ ਇਹ ਗੱਲ ਕਹੀ ਔਰ ਤੁਸੀਂ ਬੜੀ ਬੁਲੰਦ ਆਵਾਜ਼ ਨਾਲ ਕਹੀ। ਮੈਂ ਕ੍ਰਿਕਟ ਦੀ ਗੱਲ 'ਤੇ ਹੁਣ ਆ ਰਿਹਾ, ਸਪੋਰਟਸ ਦੀ। ਇੱਕ ਖਿਡਾਰੀ ਕਿਸੇ ਵੀ ਖੇਡ ਦਾ ਹੋਵੇ, ਇੱਕ ਫਕੀਰ, ਉਹਦੀ ਕੋਈ ਜਾਤ ਨਹੀਂ ਹੋਇਆ ਕਰਦੀ, ਉਹਦਾ ਕੋਈ ਧਰਮ ਨਹੀਂ ਹੋਇਆ ਕਰਦਾ, ਉਹ ਖੁਦਾ ਦਾ ਬੰਦਾ ਹੈ। ਉਹ ਸਾਰਿਆਂ ਵਾਸਤੇ ਖੁਸ਼ੀਆਂ ਵੰਡਦਾ, ਮਿਹਨਤ ਕਰਦਾ, ਖੂਨ ਪਸੀਨਾ। ਤੁਸੀਂ ਕੀ ਸਮਝੋ ਰੱਬ ਨੂੰ ਪਾਉਣਾ ਬਹੁਤ ਸੌਖਾ? ਰੱਬ ਨੂੰ ਪਾਉਣਾ ਉਨਾ ਹੀ ਔਖਾ ਜਿੰਨਾ ਕਿ ਖਿਡਾਰੀ ਨੂੰ ਹਜ਼ਾਰਾਂ ਸਾਲ ਖੂਨ ਪਸੀਨਾ, 100 ਸਾਲ, 10 ਸਾਲ, 20 ਸਾਲ, 50 ਸਾਲ ਆਪਣਾ ਖੂਨ ਪਸੀਨਾ ਬਹਾ ਕੇ ਉਸ ਅਕਾਲ ਪੁਰਖ ਦੇ ਕਿਤੇ ਦਰਸ਼ਨ ਹੁੰਦੇ ਨੇ ਤੇ ਉਹਦਾ ਨਾਮ ਚਮਕਦਾ ਹੈ ਖਿਡਾਰੀ ਦਾ। ਕਮਾਲ ਦੀ ਗੱਲ ਹੈ, ਚੇਤਨ ਸ਼ਰਮਾ ਹਿੰਦੁਸਤਾਨ ਲਈ ਖੇਡ ਰਿਹਾ ਹੈ, ਓਵਰ ਪਾ ਰਿਹਾ ਅਖੀਰਲਾ, ਜਿਹੜਾ ਕਿ ਓਵਰ ਕਪਿਲ ਦੇਵ ਨੂੰ ਕਰਨਾ ਚਾਹੀਦਾ ਸੀ। ਸ਼ਾਇਦ ਤੁਸੀਂ ਇਸ ਹਿਸਟਰੀ ਤੋਂ ਵਾਕਫ ਹੋਵੋਗੇ, ਮੈਂ ਕ੍ਰਿਕਟ ਦੀ ਗੱਲ ਕਰਨ ਲੱਗਿਆ। ਉਹ ਮੁੰਡਾ ਨਵਾਂ ਆਇਆ ਸੀ, ਉਹਨੂੰ ਬਾਲ ਫੜਾਤੀ, ਲਾਸਟ ਬਾਲ 'ਤੇ ਉਹਨੇ ਫੁੱਲ ਟਾਸ ਮਾਰੀ ਤੇ ਛੱਕਾ ਹੋ ਗਿਆ। ਜਵੇਦ ਮੀਆਂ ਦਾ ਪਾਕਿਸਤਾਨ ਦਾ ਪਲੇਅਰ ਸੀ ਤੇ ਅਸੀਂ ਮੈਚ ਹਾਰ ਗਏ। ਕਿਸੇ ਨੇ ਨਹੀਂ ਕਿਹਾ ਇਹ ਅੱਤਵਾਦੀ ਹੈ, ਕਿਸੇ ਨੇ ਨਹੀਂ ਕਿਹਾ ਦੇਸ਼ ਧਰੋਹੀ ਹੈ, ਕੋਈ ਗੱਲ ਨਹੀਂ। ਕਪਿਲ ਦੇਵ ਸਾਡਾ ਐਡਾ ਵੱਡਾ ਪਲੇਅਰ, ਉਹ TV 'ਤੇ ਰੋਇਆ, ਮੈਚ ਫਿਕਸਿੰਗ ਦੇ ਆਰੋਪ ਲੱਗੇ, ਕਿਸੇ ਨੇ ਨਹੀਂ ਕਿਹਾ ਅੱਤਵਾਦੀ ਹੈ, ਕਿਸੇ ਨੇ ਨਹੀਂ ਕਿਹਾ ਦੇਸ਼ ਧਰੋਹੀ ਹੈ। ਉਹ ਗੱਲ ਠੱਪ ਹੋ ਗਈ, ਖਤਮ ਹੋ ਗਈ। ਹਜ਼ਾਰਾਂ ਪਲੇਅਰਾਂ ਦੇ ਮੈਚ ਫਿਕਸਿੰਗ ਉੱਤੇ ਇਲਜ਼ਾਮ ਲਾਏ ਸਾਡੇ ਹੀ ਦੇਸ਼ ਵਾਸੀਆਂ ਨੇ, ਸਾਡੇ ਹੀ ਲੋਕਾਂ ਨੇ, ਸਾਡੇ ਹੀ ਚੈਨਲ ਵਾਲਿਆਂ ਨੇ, ਸਾਡੇ ਹੀ ਪ੍ਰੈਸ ਵਾਲਿਆਂ ਨੇ, ਲੇਕਿਨ ਕਿਸੇ ਦਾ ਕੁਛ ਨਹੀਂ ਨਿਕਲਿਆ। ਕਹਿੰਦੇ ਜੀ ਫਾਈਲ ਬੰਦ ਪਈ ਹੈ ਜੀ, ਉੱਥੇ ਸੁਪਰੀਮ ਕੋਰਟ ਦੇ ਵਿੱਚ ਬੜੇ ਬੰਦਿਆਂ ਦੇ ਨਾਮ ਨੇ ਜਿਨ੍ਹਾਂ ਨੇ ਆਪਣੇ ਦੇਸ਼ ਨੂੰ, ਖਿਡਾਰੀਆਂ ਨੇ ਵੇਚਿਆ। ਮੈਂ ਇਸ ਗੱਲ ਨੂੰ ਕਦੇ ਨਹੀਂ ਮੰਨਦਾ। ਇੱਕ ਖਿਡਾਰੀ ਤੱਕ ਫਕੀਰ ਆਪਣੇ ਦੇਸ਼ ਨੂੰ ਕਦੇ ਨਹੀਂ ਵੇਚ ਸਕਦਾ। ਬਹੁਤ ਸਾਰੀਆਂ ਗੱਲਾਂ, ਬੜੇ ਸਾਰੇ ਮੈਚ ਯੂਵੀ ਨੇ 20 ਸਾਲ ਖੇਡਿਆ, ਗੰਗੂਲੀ ਕਪਤਾਨ ਰਿਹਾ, ਧੋਨੀ ਕਪਤਾਨ ਰਿਹਾ, ਇਹਨਾਂ ਨੇ ਅਣਗਿਣਤ ਮੈਚ ਦੁਨੀਆ ਨਾਲ ਖੇਡੇ, ਜਿਤਾਏ ਵੀ, ਹਾਰੇ ਵੀ, ਔਰ ਹਿੰਦੁਸਤਾਨ ਦੀ ਟੀਮ ਦੁਨੀਆ ਦੀ ਬਾਦਸ਼ਾਹ ਟੀਮ ਬਣੀ। ਪਾਕਿਸਤਾਨ ਨਾਲ ਇਹੀ ਪਰਸੋਂ ਮੈਚ ਪਹਿਲਾਂ ਆਪਾਂ ਜਿੱਤੇ, ਜਿਹੜਾ ਕਿ ਆਪਾਂ ਮੈਚ ਮਸਾਂ ਹੀ ਜਿੱਤੇ ਆ। ਜੇ ਉਹ ਮੁੰਡਾ ਇੰਜਰਡ ਨਾ ਹੁੰਦਾ ਫਾਸਟ ਬੋਲਰ ਤਾਂ ਸ਼ਾਇਦ ਇਹ ਮੈਚ ਨਾ ਜਿੱਤ ਸਕਦੇ। ਉਹ ਵੀ ਚੰਗਾ ਖੇਡ ਰਿਹਾ। ਕੀ ਹੋ ਗਿਆ ਜੇ ਉਹ ਵੰਡੇ ਗਏ? ਆਪਾਂ ਪਰਿਵਾਰ ਦੇ ਵਿੱਚ ਦੋ ਭਰਾਵਾਂ ਦੀ ਵੰਡ ਹੋ ਜਾਏ ਤਾਂ ਕੀ ਗੱਲ ਉਹ ਖੂਨ ਬਦਲ ਜਾਂਦਾ ਹੈ? ਨਹੀਂ ਬਦਲਦਾ, ਖੂਨ ਉੱਦਾਂ ਦਾ ਹੀ ਰਹਿੰਦਾ ਹੈ। ਇਹ ਹੋਰ ਗੱਲ ਹੈ ਕਿ ਦੁਬਾਰਾ ਆਪਾਂ ਇਹਨਾਂ ਨੇ ਸਿਆਸਤਦਾਨਾਂ ਨੇ ਪਾਈਆਂ ਨੇ। ਅਰਸ਼ਦੀਪ ਮੁੰਡਾ, ਸ਼ੁਭਮ ਗਿੱਲ ਮੁੰਡਾ, ਅਭਿਸ਼ੇਕ ਮੁੰਡਾ, ਪੰਜਾਬ ਦੇ ਮੁੰਡੇ, ਯੁਵਰਾਜ ਸਿੰਘ ਨੇ ਪਿਛਲੇ ਸਾਲ ਪੁਨੀਤ ਬਾਲੀ ਨਾਲ ਰਲ ਕੇ PCA ਦੇ ਵਿੱਚ ਮੁੱਲਾਂਪੁਰ ਸਟੇਡੀਅਮ ਦੇ ਵਿੱਚ, ਮੈਂ ਵੀ ਉੱਥੇ ਸੀ, 6 ਮਹੀਨੇ ਧੁੱਪੇ ਖੜ੍ਹ ਕੇ ਬੱਚਿਆਂ ਨੂੰ ਬਣਾਇਆ, ਕਰਿਆ, ਬੱਚੇ ਜਾ ਕੇ ਹਿੰਦੁਸਤਾਨ ਖੇਡੇ। ਅਰਸ਼ਦੀਪ ਨੇ ਕਹਿਤ ਛੱਡਤਾ 18ਵੇਂ ਓਵਰ 'ਚ, ਉਹਨੂੰ ਜੀ ਟਰੋਲਰਸ ਨੇ, ਮੈਂ ਟਰੋਲਰਾਂ ਦਾ ਨਾਂ ਰੱਖਿਆ ਹਲਕੇ ਹੋਏ ਕੁੱਤੇ, ਸਮਝੇ, ਡੌਗਸ। ਇਹ ਬਾਰਕਿੰਗ ਡੌਗਸ, ਇਹ ਕਿਹਨਾਂ ਨੇ ਰੱਖੇ ਹੋਏ ਨੇ? ਏਜੰਸੀਆਂ ਨੇ। ਜਿਸ ਦੇਸ਼ ਦੀਆਂ ਏਜੰਸੀਆਂ ਨੇ, ਇਸ ਦੇਸ਼ ਦੀਆਂ ਸਰਕਾਰਾਂ ਨੇ, ਕਿ ਤੁਸੀਂ ਭੌਂਕਣਾ ਹੈ, ਕੁਛ ਵੀ ਹੋ ਜਾਏ, ਇੱਕ ਬੰਦੇ ਤੋਂ ਲੈ ਕੇ ਖਾਸ ਕਰ ਸਿੱਖਾਂ ਨੂੰ, ਇਹਨਾਂ ਨੂੰ ਚੋਜ ਮਾਰਦੇ ਰਹਿਣਾ, ਮਾਰਦੇ ਰਹਿਣਾ, ਮਾਰਦੇ ਰਹਿਣਾ, ਮਾਰਦੇ ਰਹਿਣਾ। ਇਹਨਾਂ ਨੂੰ ਬਲੀਵ ਕਰਾ ਦੇਣਾ ਲੋਕਾਂ ਨੂੰ ਕਿ ਜੀ ਵਾਕਈ ਖਾਲਿਸਤਾਨੀ ਨੇ, ਵਾਕਈ ਅੱਤਵਾਦੀ ਨੇ। ਇਹ ਕੋਸ਼ਿਸ਼ ਬਹੁਤ ਦੇਰ ਤੋਂ ਹੋ ਰਹੀ ਹੈ। ਜਦ ਹਰਮੰਦਰ ਸਾਹਿਬ 'ਤੇ ਅਟੈਕ ਹੋਇਆ ਸੀ ਉਦੋਂ ਵੀ ਇਹ ਕੰਮ ਹੋਇਆ ਸੀ। ਗਾਂਧੀ ਫੈਮਿਲੀ ਨੇ ਹਰਮੰਦਰ ਸਾਹਿਬ 'ਤੇ ਅਟੈਕ ਕੀਤਾ। ਅਡਵਾਨੀ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਅਸੀਂ ਧੱਕਾ ਮਾਰ ਕੇ ਜ਼ਬਰਦਸਤੀ ਕਰ ਕਰਕੇ ਐਜੀਟੇਸ਼ਨ ਦਾ ਅਟੈਕ ਕਰਾਇਆ। ਉਹ ਫੈਮਿਲੀ ਖਤਮ ਹੋ ਗਈ, ਫਿਨਿਸ਼ ਹੋ ਗਈ, ਕਾਂਗਰਸ ਵਾਸ਼ਡ ਆਊਟ, ਫਿਨਿਸ਼ਡ। ਹੁਣ ਇਹਨਾਂ ਨੇ ਕੰਮ ਫੜ ਲਿਆ। ਅਰਸ਼ਦੀਪ ਦੀ ਜਗ੍ਹਾ ਹਾਰਦਿਕ ਪਾਂਡੇ ਨੇ ਓਵਰ ਪਾਇਆ, 4 ਓਵਰ 52 ਰਨ ਦਿੱਤੇ, ਕੋਈ ਸਕੋਰ ਨਹੀਂ ਕੀਤਾ। ਉਹ ਗ੍ਰੇਟ ਆਲਰਾਊਂਡਰ ਹੈ, ਮੈਂ ਉਹਦਾ ਬੜਾ ਫੈਨ ਹਾਂ। ਬਰਮੇਸ਼ਰ ਕੁਮਾਰ ਨੇ 19ਵਾਂ ਓਵਰ ਪਾਇਆ, 18 ਰਨ ਦਿੱਤੇ, 4 ਵਾਈਡਾਂ ਦਿੱਤੀਆਂ, ਕੋਈ ਕੁਛ ਨਹੀਂ ਬੋਲਿਆ। ਅਰਸ਼ਦੀਪ ਦਾ ਯਾਦ ਆ ਗਿਆ 18ਵੇਂ ਓਵਰ 'ਚ ਕੈਚ ਛੱਡਿਆ ਹੋਇਆ। ਲਾਸਟ ਓਵਰ ਅਰਸ਼ਦੀਪ ਨੇ ਪਾਇਆ, 2 ਬਾਲਾਂ ਕੀਤੀਆਂ, 2 ਰਨ ਆਏ। ਲਾਸਟ ਬਾਲ ਤੇ ਤੀਜੀ ਬਾਲ ਤੇ ਯਾਰਕਰ ਮਾਰਨ ਗਿਆ, ਫੁੱਲ ਟਾਸ ਹੋ ਗਈ, ਮੈਚ ਅਸੀਂ ਹਾਰ ਗਏ। ਮੈਨੂੰ ਤੁਸੀਂ ਦੱਸੋ ਸਾਰੇ ਇਕੱਠੇ ਹੋ ਕੇ, ਕੋਈ ਐਸਾ ਖਿਡਾਰੀ ਹੈ ਜਿਹੜਾ ਆਪਣੇ ਦੇਸ਼ ਨੂੰ ਵੇਚੇ? ਖਾਸ ਕਰ ਹਿੰਦੁਸਤਾਨ ਦੇ ਖੂਨ ਦੇ ਲੋਕ, ਪੰਜਾਬ ਦੇ ਖੂਨ ਦੇ ਲੋਕ, ਜਿਸ ਪੰਜਾਬ ਵਾਸੀਆਂ ਨੇ, ਸਿੱਖਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਪਿੱਛੇ ਹਜ਼ਾਰਾਂ ਸਾਲ ਲੜਦੇ 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 ਇਸ ਦੇਸ਼ ਨੂੰ ਬਚਾ ਕੇ ਰੱਖਿਆ। ਵੰਡ ਪਾਤੀ, ਤੁਸੀਂ ਪਾਕਿਸਤਾਨ ਬਣਾਤਾ, ਹਿੰਦੁਸਤਾਨ ਤੋੜਤਾ। ਕਿਹਨੇ ਤੋੜਿਆ? ਜਿਹੜੇ ਸਾਡੇ ਸ਼ੁਰੂ ਦੇ ਸਿਆਸਤਦਾਨ ਸੀਗੇ, ਜਿਨ੍ਹਾਂ ਨੇ, ਜਿਹੜੇ ਕਹਿੰਦੇ ਨੇ ਜੀ ਅਸੀਂ ਚਰਖੇ ਚਲਾ ਕੇ ਆਜ਼ਾਦੀ ਲਈ ਹੈ। ਅੱਜ ਅਰਸ਼ਦੀਪ ਉੱਤੇ ਜਿਹੜਾ ਇਲਜ਼ਾਮ ਲੱਗਿਆ, ਬੇਟਾ ਮੈਂ ਪੁੱਛਣਾ ਚਾਹੁੰਦਾ ਇਹ ਟਰੋਲਰਸ ਨੂੰ
ਕਿ ਤੁਸੀਂ ਇਹ ਜਿਹੜੇ ਹਲਕੇ ਹੋਏ ਕੁੱਤੇ ਟੋਲਰਸ ਰੱਖੇ ਹੋਏ ਨੇ ਏਜੰਸੀ ਵਾਲੇ ਨੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਕਦੇ ਰੱਬ ਤੋਂ ਡਰ ਨਹੀਂ ਲੱਗਦਾ ਕਿ ਜਿਹੜੀਆਂ ਸੂਲਾਂ ਤੇ ਜੇ ਕਿੱਕਰਾਂ ਤੁਸੀਂ ਵੇਚ ਰਹੇ ਹੋ, ਸੂਲਾਂ ਜਿਹੜੀਆਂ ਤੁਹਾਡੇ ਢਿੱਡਾਂ 'ਚੋਂ ਨਿਕਲ ਜਾਣੀਆਂ ਨੇ, ਇਹੀ ਲੋਕ ਤੁਹਾਡੇ ਖਿਲਾਫ ਹੋ ਜਾਣਗੇ। ਇਹੀ ਗੱਲ ਮੁਗਲਾਂ ਨਾਲ ਹੋਈ, ਇਹੀ ਗੱਲ ਅੰਗਰੇਜ਼ਾਂ ਨਾਲ ਹੋਈ, ਦੇਸ਼ ਨੂੰ ਛੱਡਣਾ ਪੈ ਗਿਆ। ਮੈਂ ਅਰਸ਼ਦੀਪ ਨੂੰ ਗੱਲ ਕਹੀ ਸੀ ਕੱਲ੍ਹ ਵੀ, ਔਰ ਅੱਜ ਫਿਰ ਕਹਿਣਾ, ਪੁੱਤਰਾ ਪਰਵਾਹ ਨਹੀਂ ਕਰਨੀ, ਮੈਨੂੰ ਮਿਲਣ ਜਾਣਾ ਹੈ ਤੂੰ। ਉਹਨੇ ਜ਼ਿੰਦਗੀ ਜਿੰਨੀ ਲਿਖੀ ਹੈ, ਜਿੰਨੇ ਸਾਹ ਲਿਖੇ ਹੈ, ਉਹ ਰੱਬ ਨੇ ਦੇਣੇ ਦੇਣੇ ਹੈ। ਤੂੰ ਆਪ ਮਿਹਨਤ ਕੀਤੀ ਹੈ, ਦੇਸ਼ ਲਈ ਖੇਡ ਰਹੇ, ਬੜੀ ਗੌਰਵ ਦੀ ਗੱਲ ਹੈ ਪੰਜਾਬ ਵਾਸਤੇ ਤੇ ਦੇਸ਼ ਵਾਸਤੇ। ਕੈਚ ਵੱਡੇ ਵੱਡੇ ਤੋਂ ਛੁੱਟ ਜਾਂਦੇ ਨੇ। ਅਸੀਂ ਇੱਕ ਪਾਕਿਸਤਾਨ ਤੇ ਹਿੰਦੁਸਤਾਨ ਨੂੰ ਨਾ ਹਾਈ ਪ੍ਰੋਫਾਈਲ ਵੋਲਟੇਜ ਬਣਾ ਲਿਆ। ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਕਿੰਨਾ ਕਿੰਨਾ ਸੱਟਾ ਲੱਗਦਾ। 10-10 ਹਜ਼ਾਰ ਕਰੋੜ ਦੇ ਸੱਟੇ ਲੱਗੇ, ਹਾਰ ਗਏ। ਜਿਹੜੇ ਹਾਰ ਗਏ ਉਹਨਾਂ ਨੂੰ ਤਕਲੀਫ ਬਹੁਤ ਹੋਈ ਹੈ, ਉਹ ਅਸੀਂ ਇੰਨਾ ਪੈਸਾ ਹਾਰ ਗਏ। ਉਹਨਾਂ ਨੇ ਜੀ, ਕਿਉਂਕਿ ਸਰਕਾਰਾਂ ਉਹਨਾਂ ਦੀਆਂ ਨੇ, ਕਿਉਂਕਿ ਉਹੀ ਕੁਛ ਚਲਾਉਂਦੇ ਨੇ, ਉਹੀ ਸਾਰਾ ਕੁਛ ਕਰਦੇ ਨੇ। ਬੋਲੋ ਬਈ ਕੁੱਤਿਓ, ਭੌਂਕੋ। ਉਹਨਾਂ ਨੇ ਹੱਡੀ ਸੁੱਟਦੇ ਰਹਿੰਦੇ ਨੇ, ਹਾਫ ਵਾਹ 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 ਸਾਲੇ ਕਰਦੇ ਰਹਿੰਦੇ ਨੇ। ਮੈਂ ਕਿਸਾਨ ਅੰਦੋਲਨ 'ਚ ਗਿਆ, ਉੱਥੇ ਮੈਂ ਗੱਲ ਕਹੀ, ਉੱਥੇ ਵੀ ਉਹਨਾਂ ਨੇ ਭੌਂਕਣਾ ਸ਼ੁਰੂ ਕੀਤਾ, ਬੜਾ ਕੁਛ ਕਿਹਾ। ਅੱਜ ਬਾਬਾ ਬੰਤਾ ਸਿੰਘ ਜੀ ਉਹ ਗੱਲਾਂ ਕਹਿ ਰਹੇ, ਕਿਸੇ ਦੀ ਜ਼ਰੂਰਤ ਨਹੀਂ ਕੋਈ ਗੱਲ ਕਰ ਜਾਏ। ਸੱਚ ਸੁਣਨਾ ਬਹੁਤ ਔਖਾ ਅਤੇ ਸੱਚ ਕਹਿਣਾ ਬਹੁਤ ਔਖਾ ਹੈ, ਲੇਕਿਨ ਇੱਕ ਖਿਡਾਰੀ ਨੂੰ ਇਹੋ ਜਿਹੇ ਟਰੋਲਰ, ਇਹੋ ਜਿਹੇ ਲੋਕ, ਮੈਨੂੰ ਖੁਸ਼ੀ ਇਸ ਗੱਲ ਦੀ ਹੈ ਬੀਬਾ ਜੀ, ਬੇਟਾ ਜੀ, ਕਿ ਜਦ ਮੈਂ ਕੱਲ੍ਹ ਬੋਲਿਆ ਟਿਕਾ ਕੇ, ਔਰ ਮੈਂ ਕਿਹਾ, ਮੈਂ ਕਿਹਾ ਮੇਰੀ ਅੱਖ ਚੱਕ ਪਾ ਕੇ ਗੱਲ ਕਰਿਓ, ਤਾਂ ਸਾਰੀ ਦੁਨੀਆ ਅਰਸ਼ਦੀਪ ਦੇ ਨਾਲ ਤੁਰ ਪਈ। ਵੈਰੀ ਨਾਈਸ। ਮੈਂ ਸ਼ਾਬਾਸ਼ੀ ਦਿੰਦਾ ਕਿ ਪ੍ਰੈਸ ਵਾਲੇ, ਚੈਨਲ ਵਾਲੇ, ਪਲੇਅਰ ਸਾਡੇ, ਇਹ ਸਾਰੇ ਅਰਸ਼ਦੀਪ ਦੇ ਨਾਲ ਖੜੇ ਹੋ ਗਏ। ਕੀ ਰਹਿ ਗਈ ਟਰੋਲਾਂ ਦੀ ਔਕਾਤ? ਰਹਿ ਗਈ ਕੁਛ? ਜਾਂ ਉਹ ਏਜੰਸੀ ਵਾਲਿਆਂ ਦੀ ਜਿਨ੍ਹਾਂ ਨੇ ਉਂਗਲਾਂ ਲਾਈਆਂ, ਜਾਂ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਆਰਡਰ ਦਿੱਤੇ ਹੋਏ ਨੇ। ਸੋ ਮੈਂ ਸਮਝਦਾ ਪਰਵਾਹ ਨਹੀਂ ਕਰਨੀ ਚਾਹੀਦੀ ਬੀਬਾ ਜੀ। ਕੁੱਤੇ ਬਿੱਲੇ ਭੌਂਕਦੇ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ, ਅਤੇ ਕਾਵਾਂ ਦੇ ਬਹਿਣ ਨਾਲ ਕਦੇ ਬਨੇਰੇ ਨਹੀਂ ਟਹਿੰਦੇ। ਹਾਂ, ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿ ਦਿੰਦਾ, ਸਿੱਖਾਂ ਨੂੰ ਛੇੜਨਾ ਬੰਦ ਕਰ ਦਿਓ, ਸਿੱਖਾਂ ਨੂੰ ਪ੍ਰਵੋਕ ਕਰਨਾ ਬੰਦ ਕਰ ਦਿਓ, ਸਿੱਖਾਂ ਨੂੰ ਉਂਗਲ ਲਾਉਣਾ ਬੰਦ ਕਰ ਦਿਓ। ਨਾ ਮਿਨੋਰਿਟੀ ਕਹਿ ਕੇ ਸਿੱਖਾਂ ਨੂੰ ਛੇੜੋ। ਮੈਂ ਤੁਹਾਨੂੰ ਅੱਜ ਚੇਤਾਵਨੀ ਦਿੰਦਾ, ਜੇ ਔਰੰਗਜ਼ੇਬ 10ਵੇਂ ਪਾਤਸ਼ਾਹ ਦਰਸ਼ਨ ਕਰ ਲੈਂਦਾ ਤਾਂ ਸ਼ਾਇਦ ਇੰਨੀ ਤਹਿਸ ਨਹਿਸ ਨਾ ਹੁੰਦੀ ਮੁਗਲਾਂ ਦਾ ਜੋ ਹਾਲ ਹੋਇਆ। ਜੇ ਤੁਸੀਂ ਸਿੱਖਾਂ ਨਾਲ ਇੱਦਾਂ ਹੀ ਕਰਦੇ ਰਹੇ, ਔਰ ਜਿੱਦਣ ਇਹ ਕੌਮ ਛਿੜ ਗਈ ਨਾ ਬੀਬਾ ਜੀ, ਜਿੱਦਣ ਅਕਾਲ ਪੁਰਖ ਨੇ ਅੰਦੋਲਨ ਲਾ ਕੇ ਮਾਫੀਆਂ ਮੰਗੀਆਂ ਨਾ ਮਾਫੀਆਂ, ਹੋਏ ਨਾ ਬਿੱਲ ਵਾਪਸ, ਅੰਗਰੇਜ਼ਾਂ ਦੇ ਟਾਈਮ ਵੀ ਹੋਏ। ਜੇ ਸਿੱਖ ਛਿੜ ਗਏ ਨਾ, ਥੋਤੋਂ ਸਾਂਭੇ ਨਹੀਂ ਜਾਣੇ। ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਨੂੰ ਹੱਥ ਜੋੜ ਕੇ, ਇਸ ਦੇਸ਼ ਨੂੰ ਧਰਮਾਂ ਕਾਂਡਾਂ ਦੇ ਵਿੱਚ ਨਾ ਵੰਡੋ, ਊਚ ਨੀਚ ਦੇ ਵਿੱਚ ਨਾ ਵੰਡੋ। ਇਹ ਗਾਹਾਂ ਜਿਹੜੀਆਂ ਕਿੱਕਰਾਂ ਤੁਸੀਂ ਬੀਜ ਰਹੇ ਹੋ, ਇਹਦੀਆਂ ਸੋਲਾਂ ਤੁਹਾਡੇ ਚੁਭਣੀਆਂ ਨੇ। ਮੈਂ ਫੇਰ ਬੇਨਤੀ ਕਰਦਾ, ਫੇਰ ਕਹਿਣਾ ਤੁਹਾਡੇ ਚੈਨਲ ਦੇ ਥਰੂ, ਬਾਜ ਆ ਜਾਓ, ਨਾ ਸਿੱਖਾਂ ਨੂੰ ਛੇੜੋ, ਨਾ ਬਾਰ-ਬਾਰ ਇਹਨਾਂ ਦੇ ਜ਼ਖਮਾਂ 'ਤੇ ਨੂਣ ਪਾਓ, ਨਾ ਇਹ ਕੰਮ ਕਰੋ, ਨਾ ਕਰੋ। ਕੱਲ੍ਹ ਨੂੰ ਤੁਹਾਨੂੰ ਭੱਜਣ ਨੂੰ ਥਾਂ ਨਹੀਂ ਮਿਲਣੀ। ਮੈਂ ਇੱਥੇ ਗੱਲ ਕਹਿ ਕੇ ਆਪਣੀ ਸਮਾਪਤ ਕਰਦਾ। ਸਰ, ਤੁਸੀਂ ਗੱਲ ਕੀਤੀ ਕਿਸਾਨੀ ਦੀ। ਕਿਸਾਨਾਂ ਨੇ ਕੀ ਕੁਝ ਨਹੀਂ ਹੰਢਾਇਆ ਇਸ ਸੰਘਰਸ਼ ਦੇ ਦੌਰਾਨ। ਪੂਰਾ ਇੱਕ ਜਿਹੜਾ ਜਰਨੀ ਉਹਨਾਂ ਦੀ ਰਹੀ ਹੈ, ਉਹ ਕਿੰਨੀ ਮੁਸ਼ਕਿਲਾਂ ਭਰੀ ਰਹੀ ਹੈ। ਉਹਨਾਂ ਨੇ ਕੜਾਕੇ ਦੀ ਠੰਡ ਵੀ ਹੰਢਾਈ ਹੈ, ਧੁੱਪ ਵੀ ਹੰਢਾਈ ਹੈ, ਆਪਣੇ ਘਰਾਂ ਤੋਂ ਦੂਰ ਉਹ ਆਪਣੀ ਲੜਾਈ ਲੜਦੇ ਰਹੇ ਨੇ। ਤੁਸੀਂ ਵੀ ਉੱਥੇ ਗਏ ਸੀਗੇ। ਜਿਹੜੀ ਆ ਗੱਲ ਹੋਈ ਹੈ ਸਰ, ਖਾਲਿਸਤਾਨ ਸ਼ਬਦ ਨੂੰ ਇੰਨਾ ਵੱਡਾ ਕਿਉਂ, ਮਤਲਬ ਇੰਨਾ ਜ਼ਿਆਦਾ ਚੱਕਿਆ ਜਾਂਦਾ? ਉਦੋਂ ਵੀ ਕਿਹਾ ਗਿਆ, ਜਿਹੜੇ ਕਿਸਾਨ ਵਿਚਾਰੇ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਵੀ ਖਾਲਿਸਤਾਨੀ ਕਹਿ ਦਿੱਤਾ ਗਿਆ ਕਿ ਇਹਨਾਂ ਦੀ ਐਕਚੁਅਲ ਮੰਗ ਜਿਹੜੀ ਹੈ ਉਹ ਆਪਣੀ ਹਾਂਜੀ। ਜਿਹੜਾ ਝੂਠ ਬੰਦਾ ਬੋਲਦਾ ਨਾ, ਝੂਠਾ ਹੁੰਦਾ। ਝੂਠ ਸੱਚ ਨੂੰ ਬਰਦਾਸ਼ਤ ਨਹੀਂ ਕਰਦਾ। ਸੱਚ ਨੇ ਉੱਚਾ ਜਾਣਾ ਹੀ ਜਾਣਾ, ਝੂਠ ਤੋਂ ਉਹਨੂੰ ਖਿੱਚਦਾ ਥੱਲੇ। ਇਹ ਸਭ ਇਹਨਾਂ ਦੇ ਚੋਚਲੇ ਨੇ। ਜਦ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਉਦੋਂ ਵੀ ਇਹ ਲੋਕ ਸਾਰੇ ਇਕੱਠੇ ਹੋ ਕੇ ਤੇ ਪ੍ਰਧਾਨ ਮੰਤਰੀ ਦੇ ਇੰਦਰਾ ਗਾਂਧੀ, ਆਹ ਕਰ, ਚਿੱਟੀ ਨਾ ਕਰ, ਸ਼ਰਟਾਂ ਲਾ, ਮਾਰ ਦਿਓ ਜੀ, ਚੱਕ ਦਿਓ। ਦੁੱਖ ਵਾਲੀ ਗੱਲ ਜ਼ਿੰਦਗੀ 'ਚ ਇਹ ਹੈ ਕਿ ਇਹ ਲੋਕ ਜਿਹੜੇ ਨੇ, ਸਾਡੇ ਆਪਣੇ ਲੋਕ ਦਾੜੇ ਰੱਖ ਕੇ ਅਤੇ ਪੱਗਾਂ ਬੰਨ੍ਹ ਕੇ ਸਾਡੇ ਹੀ ਗ੍ਰੰਥ ਸਾਹਿਬ ਦੇ ਕਿੰਤੂ ਪ੍ਰੰਤੂ ਕਰਦੇ, ਸਾਡੇ ਗੁਰੂਆਂ 'ਤੇ ਕਿੰਤੂ ਪ੍ਰੰਤੂ ਕਰਦੇ ਹੈ। ਸਾਡੇ ਗੁਰੂਆਂ ਨੂੰ ਕਹਿੰਦੇ ਨੇ ਜੀ ਇਹ ਤਾਂ ਸਾਡੇ ਵਰਗੇ ਸੀ ਨਹੀਂ। ਆਹ ਢੰਡਰੀਆਂ ਵਾਲਾ ਜਿਹੜਾ ਬਾਬਾ ਹੈ, ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਕਿਸੇ ਵੀ ਕੌਮ ਨੂੰ ਕਦੇ ਵੀ ਛੇੜ ਸਕਦੇ ਆ। ਲੇਕਿਨ ਸਿੱਖਾਂ ਨਾਲ ਇਹ ਕਿਉਂ ਲੱਗਦੇ ਨੇ, ਕਿਉਂ ਇਹ ਸਿੱਖਾਂ ਦੇ ਨਾਲ ਅਗੇਂਸਟ ਨੇ? ਕਿਉਂਕਿ ਸਿੱਖ ਜਿਹੜੇ ਨੇ ਉਹ ਆਪਣੀ ਗੈਰਤ ਨਾਲ ਜਿਉਂਦੇ ਨੇ, ਉਹ ਆਪਣੇ ਔਨਰ ਨਾਲ ਜਿਉਂਦੇ ਨੇ। ਉਹ ਕਿਸੇ ਦੇ ਥੱਲੇ ਅਧੀਨ ਨਹੀਂ, ਉਹ ਕਿਸੇ ਦੇ ਗੁਲਾਮ ਨਹੀਂ। ਇਹਨਾਂ ਲੋਕਾਂ ਨੂੰ ਗੁਲਾਮੀ ਦੀ ਆਦਤ ਪਈ ਹੈ।
ਇਹ ਗੁਲਾਮ ਰੱਖਣਾ ਚਾਹੁੰਦੇ ਨੇ। ਆ ਮਿਨੋਰਿਟੀ ਹੈ ਜੀ, ਆ ਫਲਾਨੀ ਮਿਨੋਰਿਟੀ ਹੈ ਜੀ, ਆ ਨੀਚਾ ਹੈ ਜੀ, ਫਲਾਨਾ। ਤੁਹਾਨੂੰ ਪਤਾ ਹੈ ਸਰਕਾਰ ਨੇ ਪਾਸ ਕੀਤਾ ਹੋਇਆ ਰੈਗੂਲੇਸ਼ਨ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕੌਣ ਰਹੇਗਾ ਅੱਜ ਦੀ ਦੁਨੀਆ ਦੇ ਵਿੱਚ ਜਾਂ ਪਹਿਲਾਂ ਵੀ, ਕੋਈ ਵੀ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਗੁਲਾਮੀ ਦੇ ਵਿੱਚ ਨਹੀਂ ਦੇਖੂਗਾ, ਤੇ ਭਾਵੇਂ ਕੋਈ ਵੀ ਧਰਮ ਹੋਵੇ, ਕੋਈ ਵਰਗ ਦਾ ਹੋਵੇ। ਪਰ ਤੁਸੀਂ ਖੇਡ ਦੇ ਵਿੱਚ ਹੁਣੇ ਗੱਲ ਲੈ ਆਏ ਹੋ, ਤੁਸੀਂ ਖਿਡਾਰੀਆਂ ਨੂੰ ਇਹ ਗੱਲ ਕਰਨ ਲੱਗ ਗਏ ਹੋ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਸ਼ਰਤ ਲਾ ਕੇ, ਕਿ ਜਿੱਦਣ ਇਹ ਟੈਗ ਜਿਹੜੇ ਨੇ ਇਹਨਾਂ ਵਾਸਤੇ ਨੇ, ਇਹ ਜਿਹੜੇ ਲੋਕ ਕਹਿੰਦੇ ਨੇ ਗੱਦਾਰ, ਤਾਂ ਇਹ ਲੋਕ ਨੇ ਜਿਹੜੇ ਅੰਗਰੇਜ਼ਾਂ ਨਾਲ ਰਲੇ। ਦੇਸ਼ ਧਰੋਹੀ ਇਹ ਨੇ ਜਿਹੜੇ ਅੰਗਰੇਜ਼ਾਂ ਨਾਲ ਰਲ ਕੇ ਹਿੰਦੁਸਤਾਨ ਦੇ ਲੋਕਾਂ 'ਤੇ ਜ਼ੁਲਮ ਕੀਤਾ। ਇਹ ਉਹ ਲੋਕ ਨੇ ਜਿਹੜੇ ਹੱਥ ਜੋੜ ਕੇ ਬਹਿ ਜਾਂਦੇ ਸੀ, ਕੋਈ ਗੱਲ ਨਹੀਂ ਜੀ, ਸਾਨੂੰ ਕੁਛ ਨਾ ਕਹਿਓ, ਤੁਸੀਂ ਜੋ ਮਰਜ਼ੀ ਕਰਾ। ਜਿਹੜਾ ਬੰਦਾ ਆਪਣੇ ਘਰ ਦਾ ਨਹੀਂ ਹੋ ਸਕਦਾ, ਆਪਣੇ ਮਾਂ-ਬਾਪ ਦਾ ਨਹੀਂ ਹੋ ਸਕਦਾ, ਆਪਣੇ ਬੱਚਿਆਂ ਦਾ ਨਹੀਂ ਹੋ ਸਕਦਾ, ਆਪਣੀ ਕੌਮ ਦਾ ਨਹੀਂ ਹੋ ਸਕਦਾ, ਆਪਣੇ ਪਰਿਵਾਰ ਦਾ ਨਹੀਂ ਹੋ ਸਕਦਾ, ਉਹ ਕਿਸੇ ਦਾ ਸਕਾ ਹੋ ਸਕਦਾ? ਨਹੀਂ ਹੋ ਸਕਦਾ। ਅੱਜ ਦੇਸ਼ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਹੈ। ਲੇਕਿਨ ਦੁੱਖ ਸਿਰਫ ਇਸ ਗੱਲ ਦਾ ਹੈ ਕਿ ਜਿਹੜੀ ਗੇਮ ਨੇ ਪ੍ਰਫੁੱਲਤ ਕੀਤਾ ਅੱਜ ਹਿੰਦੁਸਤਾਨ ਦੇ ਵਿੱਚ, ਕ੍ਰਿਕਟ ਨੂੰ ਇੱਕ ਧਰਮ ਮੰਨਿਆ ਜਾਂਦਾ ਹੈ। ਉਹ ਸਿੱਖ ਧਰਮ ਜਾਂ ਹਿੰਦੂ ਧਰਮ ਜਾਂ ਮੁਸਲਿਮ ਧਰਮ ਜਾਂ ਉਹ ਜੈਨੀ ਧਰਮ ਨਹੀਂ ਹੈ, ਇੱਕ ਧਰਮ ਮੰਨਿਆ ਜਾਂਦਾ ਹੈ। ਕ੍ਰਿਕਟਰਾਂ ਨੂੰ ਲੋਕ ਰੱਬ ਕਹਿੰਦੇ ਨੇ। ਸਚਿਨ ਤੰਦੂਲਕਰ ਦੇ ਫਾਦਰ ਦੀ ਡੈਥ ਹੋਈ, ਉੱਥੋਂ ਫਲਾਈਟ ਲੈ ਕੇ ਵਰਲਡ ਕੱਪ ਖੇਡ ਰਿਹਾ ਸੀ, ਫਲਾਈਟ ਲੈ ਕੇ ਆਇਆ, ਆਪਣੇ ਫਾਦਰ ਨੂੰ ਇੱਥੇ ਸੰਸਕਾਰ ਕੀਤਾ, ਵਾਪਸ ਗਿਆ, 100 ਕੀਤਾ। ਯੁਵਰਾਜ ਸਿੰਘ ਨੂੰ ਕੈਂਸਰ ਹੋਇਆ, ਉਹਨੂੰ ਹੱਥ ਜੋੜ ਕੇ ਥੱਕੇ ਵੀ ਚਲੋ ਯਾਰ ਡਾਕਟਰ ਕੋ ਛੱਡ ਪਰੇ। ਕਹਿੰਦਾ ਨਹੀਂ, ਮੈਂ ਬਾਪੂ ਜੀ ਆਪਣੇ ਦੇਸ਼ ਨੂੰ ਵਰਲਡ ਕੱਪ ਜਿਤਾਉਣਾ ਹੈ, ਭਾਵੇਂ ਮੇਰੀ ਮੌਤ ਹੋ ਜੇ, ਮੇਰੇ ਹੱਥ 'ਚ ਵਰਲਡ ਕੱਪ ਹੋਵੇ, ਤੁਸੀਂ ਮੈਨੂੰ ਅਰਦਾਸ ਕਰਿਓ। ਇਹੋ ਜਿਹੇ ਲੋਕ ਜਿਹੜੇ ਆਪਣੀ ਟੀਮ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੇ ਦੇਸ਼ ਵਾਸੀਆਂ ਵਾਸਤੇ ਆਪਣੀ ਜਾਨ ਦਾ ਦਾਅ 'ਤੇ ਲਗਾ ਸਕਦੇ ਆ, ਤੁਹਾਨੂੰ ਲੱਗਦਾ ਹੈ ਵੀ ਉਹ ਕਦੇ ਜ਼ਿੰਦਗੀ 'ਚ ਇਹੋ ਜਿਹੇ ਕੰਮ ਕਰਨਗੇ ਵੀ ਸਾਡਾ ਦੇਸ਼ ਹਾਰ ਜੇ? ਨਹੀਂ ਹੋ ਸਕਦਾ। ਸੋ ਮੈਂ ਤੇ ਅਰਸ਼ਦੀਪ ਨੂੰ ਹੀ ਗੱਲ ਕਰਨਾ, ਆਉਣ ਵਾਲੇ ਬਾਕੀ ਖਿਡਾਰੀਆਂ ਨੂੰ ਵੀ ਕਹਿਣਾ, ਠੀਕ ਹੈ। ਮੈਂ ਵੀ ਹਿੰਦੁਸਤਾਨ ਦੀ ਟੀਮ 'ਚ ਰਿਹਾ, ਉਸ ਵੇਲੇ ਤਾਂ ਕਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੋਈ। ਉਹਦੇ ਵਿੱਚ ਸਰਦਾਰ, ਮੈਂ ਇਕੱਲਾ ਹੀ ਸਰਦਾਰ ਸੀ ਉਸ ਵੇਲੇ। ਹਾਂਜੀ, ਮੈਨੂੰ ਤਾਂ ਸਾਰੇ ਪਿਆਰ ਕਰਦੇ ਸੀ। ਮੈਂ ਮਫਤ ਲਾਲ ਦੇ ਵਿੱਚ ਬੰਬੇ 8 ਸਾਲ 9 ਸਾਲ ਕੰਮ ਕੀਤਾ, ਉਹਨਾਂ ਦੀ ਟੀਮ ਵੱਲੋਂ ਖੇਡਦਾ ਰਿਹਾ। ਮੈਨੂੰ ਤਾਂ ਕਦੇ ਨਹੀਂ ਕਿਸੇ ਨੇ ਡਿਫਰੈਂਸ਼ੀਏਟ ਕੀਤਾ। ਹੁਣ ਹੋਣ ਲੱਗਿਆ ਆ ਪਿਛਲੇ 14-15 ਸਾਲਾਂ ਤੋਂ। ਸੋ ਆਈ ਥਿੰਕ ਆਪਣੇ ਆਪ ਨੂੰ ਮੈਂਡ ਕਰ ਲੈਣਾ ਚਾਹੀਦਾ। ਜੇ ਇਹ ਸਮਝਦੇ ਨੇ ਕਿ ਵੀ ਸਿੱਖਾਂ ਨੂੰ ਛੇੜ ਕੇ ਜਾਂ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਜਾਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ, ਲੇਕਿਨ ਦੇਖੋ ਅਫਸੋਸ ਦੀ ਗੱਲ ਕੀ ਹੈ, ਸਿਮਰਨਜੀਤ ਸਿੰਘ ਮਾਨ ਸਾਡਾ ਲੀਡਰ, ਸੋ ਕਾਲਡ ਲੀਡਰ, ਉਹਦਾ ਮੁੰਡਾ ਕਹਿ ਰਿਹਾ, ਉਹ ਕਹਿ ਰਿਹਾ ਕਿ ਫਿਰ ਕੀ ਹੈ ਜੇ ਤੈਨੂੰ ਖਾਲਿਸਤਾਨੀ ਕਹਿਤਾ। ਉਹ ਹਿੰਦੁਸਤਾਨ ਨੂੰ ਤੋੜਨਾ ਕਿ ਹਿੰਦੁਸਤਾਨ ਨੂੰ ਜੋੜਨਾ ਹੈ। ਪਰ ਮੈਂ ਸਮਝਦਾ ਇਹ ਟਰੋਲਿੰਗ ਆ ਰਹੇ ਯਾਰ, ਇਹ ਗੱਦਾਰ ਲੀਡਰ ਜਿਹੜੇ ਨੇ, ਇਹਨਾਂ ਕਰਕੇ ਨਾ ਤਾਂ ਦੇਸ਼ ਕਦੇ ਟੁੱਟਣਾ ਤੇ ਨਾ ਹੀ ਦੇਸ਼ ਦੇ ਵਿੱਚ ਰਹਿੰਦੇ ਲੋਕ ਕਦੇ ਵੱਖ ਹੋ ਸਕਦੇ ਨੇ। ਸੋ ਮੈਂ ਸਮਝਦਾ ਅਜੇ ਵੀ ਵਕਤ ਹੈ, ਆਪਣੇ ਆਪ ਨੂੰ ਸੁਧਾਰ ਲਓ। ਨਹੀਂ ਸ਼ਾਇਦ ਹੋ ਸਕਦਾ ਆਉਣ ਵਾਲਾ ਵਕਤ ਜਿਹੜਾ ਉਹ ਕਦੇ ਤੁਹਾਨੂੰ ਮਾफ़ ਨਾ ਕਰੇ, ਫਿਰ ਤੁਸੀਂ ਕਹੋ ਓਹੋ ਜੇ ਐਂ ਕਰ ਲੈਂਦੇ ਤਾਂ ਐਂ ਹੁੰਦਾ, ਜੇ ਐਂ ਕਰ ਲੈਂਦੇ ਐਂ ਹੁੰਦਾ, ਫਿਰ ਗੱਡੀ ਨਿਕਲ ਜਾਂਦੀ, ਫਿਰ ਬੰਦਾ ਪਛਤਾਉਂਦਾ ਰਹਿੰਦਾ। ਸਰ, ਕੋਈ ਵੀ ਸਪੋਰਟਸ ਹੈ, ਖੇਡ ਦੀ ਜੇਕਰ ਆਪਾਂ ਗੱਲ ਕਰੀਏ, ਹਾਰ ਜਾਂ ਜਿੱਤ ਉਹਦੇ ਦੋ ਪਹਿਲੂ ਹੈਗੇ ਨੇ, ਠੀਕ ਹੈ। ਲੇਕਿਨ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਖੇਡਦਾ ਔਰ ਰਿਪਰੈਜ਼ੈਂਟ ਕਰਦਾ ਹੈ, ਔਰ ਅਰਸ਼ਦੀਪ ਦੀ ਜੇਕਰ ਗੱਲ ਕੀਤੀ ਜਾਵੇ, ਉਸ ਦੀ ਪੋਟੈਂਸ਼ੀਅਲ, ਉਸ ਦਾ ਟੈਲੈਂਟ ਔਰ ਉਸ ਦੀ ਮਿਹਨਤ ਹੈ ਕਿ ਅੱਜ ਉਹ ਜਿਹੜਾ ਇਸ ਪਲੇਟਫਾਰਮ ਤੇ ਖੇਡ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਲੇਕਿਨ ਸਰ, ਜਿਹੜੇ ਆ ਟਰੋਲਰਸ ਦੀ ਆ ਹਰਕਤਾਂ ਨੇ, ਆ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ, ਇਹਨਾਂ ਦਾ ਕਿੰਨਾ ਕੁ ਦਬਾਅ ਤੁਹਾਨੂੰ ਲੱਗਦਾ ਹੈ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਖਿਡਾਰੀਆਂ ਤੇ ਪਏਗਾ, ਜਾਂ ਇਹ ਚੀਜ਼ ਕਿੰਨੀ ਕੁ ਹਾਵੀ ਹੋ ਸਕਦੀ? ਕਿਉਂਕਿ ਮੈਨੂੰ ਲੱਗਦਾ ਜਦੋਂ ਆਪਾਂ ਖੇਡਦੇ ਹਾਂ ਆਲਰੇਡੀ ਬੜਾ ਪ੍ਰੈਸ਼ਰ ਹੁੰਦਾ ਟੀਮ ਤੇ। ਉਹ ਬੇਟਾ ਜੀ, ਇਹ ਛਲਾਰੂਆਂ ਨੂੰ ਤੁਸੀਂ ਲੋਕਾਂ ਨੇ ਸਿਰ ਤੇ ਚੜਾਇਆ, ਚੈਨਲ ਵਾਲਿਆਂ ਨੇ, ਸੋਸ਼ਲ ਮੀਡੀਆ ਨੇ। ਤੁਸੀਂ ਇਹਨਾਂ ਨੂੰ ਐਸ ਸਮਝਦੇ ਹੋ ਵੀ ਉਹ ਫਲਾਨਾ ਪਤਾ ਨਹੀਂ ਕੀ ਕਹਿਤਾ, ਕੀ ਨਹੀਂ ਕਹਿਤਾ। ਮੇਰੇ ਕੋਲ ਬੜੇ ਪ੍ਰੈਸ ਵਾਲੇ ਆਏ, ਮੈਂ ਕੱਲ੍ਹ ਵੀ ਸਟੇਟਮੈਂਟ ਦਿੱਤੀ ਸੀ, ਅੱਜ ਫਿਰ ਕਹਿਣਾ, ਜਿਹੜੇ ਮੈਨੂੰ ਆ ਕੇ ਕਹਿੰਦੇ ਸਰ ਸਾਡੇ 'ਤੇ ਬੜਾ ਪ੍ਰੈਸ਼ਰ ਹੈ, ਸਾਨੂੰ ਕਹਿੰਦੇ ਨੇ ਅਸੀਂ ਤੁਹਾਡੇ ਬੱਚੇ ਚੱਕ ਕੇ ਲੈ ਜਾਵਾਂਗੇ, ਅਸੀਂ ਤੁਹਾਡਾ ਇਹ ਕਰ ਦਿਆਂਗੇ, ਜੇ ਤੂੰ ਆਹ ਖਬਰ ਲਈ ਤਾਂ ਇਹ ਕਰ ਦਿਆਂਗੇ। ਮੈਂ ਕਿਹਾ ਪੁੱਤਰ ਜੀ ਫਿਰ ਜਾਓ ਲੇਕ 'ਚ ਛਾਲ ਮਾਰੋ ਕਿਤੇ, ਅਤੇ ਆਪਣੀ ਜੂਨ ਕਿਤੇ ਦੂਜੇ ਜੂਨ 'ਚ ਪਾਓ, ਕਿਉਂਕਿ ਜੇ ਬੇਗੈਰਤੀ ਨਾਲ ਜੀਣਾ ਤਾਂ ਫਿਰ ਉਹ ਬੰਦਾ ਤਾਂ ਰੋਜ਼ ਹੀ ਮਰਿਆ ਹੈ। ਸੋ ਮੈਂ ਇਹ ਟਰੋਲਿੰਗ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹਨੂੰ ਤੁਸੀਂ ਐਵੇਂ ਹੀ ਤੋਲ ਦਿੰਦੇ ਹੋ। ਤੁਸੀਂ ਕਦੇ ਸੜਕਾਂ 'ਤੇ ਰਾਤ ਨੂੰ ਜਾਇਓ 12-1-2 ਵਜੇ, ਪਿੰਡਾਂ 'ਚ ਜਾਇਓ ਕਦੇ ਗੱਡੀ ਲੈ ਕੇ, ਤੁਹਾਨੂੰ ਟੋਲਾ ਮਿਲੂਗਾ ਕੁੱਤਿਆਂ ਦਾ, ਬੁਲ ਟਾਇਰਾਂ ਦਾ, ਜਿਹੜੇ ਰੂੜੀ ਵਾਲੇ ਕੁੱਤੇ ਹੁੰਦੇ ਆ, ਉਹਨਾਂ 40-50 ਇਕੱਠੇ ਹੋ ਕੇ ਵਾਹ 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 ਵਾਹ, ਗੱਡੀ ਜਾ ਰਹੀ ਹੈ ਵਾਹ 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 ਵਾਹ। ਅੱਛਾ, ਤੁਸੀਂ ਉਹਨੂੰ ਬੋਟੀਆਂ ਸੁੱਟਦੇ ਰਹੋ, ਫਿਰ ਉਹ ਥੋੜ੍ਹੀ ਦਿੱਲੀ ਚੁੱਪ ਹੋ ਜਾਣਗੇ, ਫਿਰ ਉਹਨਾਂ ਦਾ ਕੰਮ ਹੈ। ਤੁਸੀਂ ਇਹ ਟਰੋਲਰਸ ਨੂੰ
ਇਹ ਜਿਹੜੇ ਡੌਗਸ ਜਿਹੜੇ ਇਹ ਬੋਲ ਰਹੇ ਆ, ਤੁਸੀਂ ਇਹਨਾਂ ਨੂੰ ਇੰਨਾ ਤੂਲ ਦੇ ਕੇ ਰਹੇ ਹੋ, ਮੈਂ ਤਾਂ ਉਹਨਾਂ ਦੀ ਪਰਵਾਹ ਨਹੀਂ ਕਰਦਾ। ਮੈਂ ਤਾਂ ਕੱਲ੍ਹ ਵੀ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜ਼ਰੂਰਤ ਆਏ ਤਾਂ ਆ ਕੇ ਸਾਹਮਣੇ ਇੱਕ ਗੱਲ ਕਰਿਓ, ਫਿਰ ਤੁਹਾਨੂੰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ। ਲੋਕਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਏਜੰਸੀਆਂ ਨੇ, ਬੋਲੋ ਭਾਈ, ਕਿਸੇ ਦੀ ਗੱਲ ਚੱਕ ਲੈਣਗੇ। ਕਿਸਾਨ ਅੰਦੋਲਨ 'ਚ ਮੈਂ ਕੀ ਕਿਹਾ ਸੀ, ਜਿਹੜਾ ਉਹਨਾਂ ਨੇ ਬੜਾ ਜੀ ਉਹਦਾ ਤੂਲ ਬਣਾ ਲਿਆ, ਤੇ ਹੁਣ ਲੋਕ ਬੋਲਦੇ ਨੇ। ਹੁਣ ਤਾਂ ਇਹਨਾਂ ਦਾ ਉਹ ਬਾਬਾ ਵੀ ਬੋਲਦਾ ਜਿਹੜਾ ਬੰਗਲੌਰ ਰਹਿੰਦਾ, ਲੰਬੀ ਦਾੜੀ ਵਾਲਾ, ਅੰਗਰੇਜ਼ੀ ਬਹੁਤ ਬੋਲਦਾ, ਕੀ ਨਾ ਉਹਦਾ ਮੈਂ ਨਾਂ ਭੁੱਲ ਗਿਆ है जी, वो भी बढ़िया गल्ला करता है कि हिस्ट्री को बर्बाद कर देना चाहिए, हिस्ट्री को बंद कर देना चाहिए, हिस्ट्री के बारे में बात नहीं करना चाहिए, मुगलों की बात नहीं करना चाहिए। वो जे गुजरी है तो बात करेगा तो दसेगा ना, अगे जाके कौम तकड़ी होगी। माला फेरन नाल जिंदगी नहीं चलती, माला दे नाल शस्त्र की लोड़ है। बंदूकां क्यों लाइया बॉर्डर पर, क्यों बंब बनाए, क्यों एटम बंब बनाए, इसे करके बनाए ना कि भी साडे ते कोई हमला ना कर दे, सेल्फ डिफेंस वास्ते। सो मैं बिलीव करदा कि जो कुछ भी इस देश के हालात बन रहे हैं, वो कुछ चंगे हालात नहीं बन रहे हैं। एक सिख बंदा फड़िया, 100 बंदा उन्होंने कुट के मार गया, वो बाल खोल ले, जूड़े खोलते। ये अकिरत कनबंदी हो बंदा, एहसान फरामोश लोग ਜਿਹੜੇ भुल गए कि सिखां दे गुरुआं ने, सिखां ने इस देश ਨੂੰ आज़ाद कराया, साडे उत्ते ठहरा पाया, साडियां ਧੀਆਂ ਭੈਣਾਂ ਨੂੰ ਬਚਾਇਆ, ਸਾਡੇ ਵੱਡ ਵਡੇਰਿਆਂ ਨੂੰ ਬਚਾਇਆ। ਉਹਨਾਂ ਨੂੰ ਜੱਫੀ ਪਾ ਕੇ ਇਸ ਕੌਮ ਨੂੰ ਆਪਣੀ ਬੁੱਕਲ 'ਚ ਰੱਖ ਲੈਣਾ ਚਾਹੀਦਾ ਹੈ। ਮੈਂ ਫਿਰ ਦੁਬਾਰਾ ਕਹਿੰਦਾ, ਪਿਆਰ ਨਾਲ ਤਾਂ ਠਹਿਰਾਵ ਹੋ ਜਾਊਗਾ, ਜੇ ਧੱਕਾ ਕਰੋਗੇ ਫਿਰ ਇਹੋ ਜਿਹਾ ਧੱਕਾ ਹੋਊਗਾ ਜਿਹੜਾ ਥੋਤੋਂ ਸਿਆ ਨਹੀਂ ਜਾਣਾ। ਜੀ ਸਰ, ਤੁਸੀਂ ਵੀ ਕੀ ਕਹਿੰਦੇ ਕ੍ਰਿਕਟ ਦਾ ਤਾਂ ਬਹੁਤ, ਤੁਹਾਡਾ ਵੀ ਇੱਕ ਤਜਰਬਾ ਰਿਹਾ, ਤੁਹਾਡਾ ਵੀ ਇੱਕ ਐਕਸਪੀਰੀਅੰਸ ਰਿਹਾ, ਲਾਈਫ ਦਾ ਇੱਕ ਫੇਸ ਰਿਹਾ। ਆਰਟਿਸਟ ਪ੍ਰੈਸ਼ਰ ਨੂੰ ਤੁਸੀਂ ਕਿਵੇਂ ਵੇਖਦੇ ਹੋ, ਖਾਸ ਕਰ ਜਦੋਂ ਇਹ ਚੀਜ਼ਾਂ ਹੁੰਦੀਆਂ? ਬੀਬਾ ਜੀ, ਮੇਰਾ ਬਾਪੂ ਜੀ ਦੀ ਫੋਟੋ ਦੇਖੋ ਤੁਸੀਂ, ਬਾਬਾ ਦੀਪ ਸਿੰਘ, ਮੈਂ ਇਹਨਾਂ ਦੀ ਜੁੱਤੀ ਦੀ ਮਿੱਟੀ ਹਾਂ, ਇਹਨਾਂ ਦੇ ਚਰਨਾਂ ਦੀ ਧੂੜ ਆ। ਗੁਰੂ ਘਰ ਦੇ ਕੁੱਤਿਆਂ ਦਾ ਕੁੱਤਾ, ਕੁੱਕਰ ਦਾ ਕੁੱਕਰ, ਅਕਾਲ ਪੁਰਖ ਦੇ ਬਣਾਏ ਹੋਏ ਪਰਮੰਡ ਦਾ ਇੱਕ ਛੋਟਾ ਜਿਹਾ ਜ਼ਰਨਾ, ਸ਼ਹੀਦਾਂ ਸਿੰਘਾਂ ਦੇ ਚਰਨਾਂ ਦੀ ਧੂੜ ਆ, ਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਆ। ਮੈਨੂੰ ਮੇਰੇ ਗੁਰੂ ਨੇ ਥਾਪੜਾ ਦਿੱਤਾ ਹੈ, ਸੱਚ ਦੇ ਰਾਹ 'ਤੇ ਚੱਲਣਾ ਹੈ, ਸੱਚ ਬੋਲਣਾ ਹੈ, ਜਿੱਥੇ ਜ਼ੁਲਮ ਹੁੰਦਾ ਉੱਥੇ ਖੜਨਾ ਹੈ। ਮੈਂ ਕਦੇ ਪਰਵਾਹ ਹੀ ਨਹੀਂ ਕੀਤੀ, ਮੈਂ ਰਾਤ ਨੂੰ ਘਰਾੜੇ ਮਾਰ ਕੇ ਸੌਂਦਾ। ਗੱਡੀ ਨਾ ਮੇਰੇ ਕੋਲ ਡਰਾਈਵਰ ਹੈ, ਨਾ ਗਨਮੈਨ ਹੈ, ਨਾ ਮੇਰੇ ਕੋਲ ਨੌਕਰ ਹੈ। ਤੇ ਮੈਂ ਸਭ ਨੂੰ ਕਿਹਾ ਵੀ ਮੈਂ ਫਲਾਨੀ ਜਗ੍ਹਾ ਰਹਿੰਦਾ। ਜਦ ਮੇਰੇ ਸਾਹਮਣੇ ਕੋਈ ਆਉਂਦਾ ਹੈ, ਸਵਾਲਾਤ ਕਰਦੇ, ਪਿਛਲੀ ਵਾਰੀ ਵੀ ਗੱਲ ਹੋਈ ਸੀ, ਤੇ ਮੈਂ ਉਹਦੀ ਅੱਖ ਚੱਕ ਪਾ ਕੇ ਜੇ ਗੱਲ ਕੀਤੀ ਨਾ, ਤੇ ਉਹ ਮੈਨੂੰ ਕਹਿੰਦਾ, ਨਹੀਂ ਭਾਜੀ ਇਸ ਤਾਂ ਤੁਹਾਨੂੰ ਫੋਟੋ ਖਿਚਾਉਣਾ ਸੀ। ਮੈਂ ਕਹਿੰਦਾ ਕੋਈ ਗੱਲ ਕਰਨੀ ਹੈ ਦੱਸੋ। ਸੋ ਮੈਂ ਕਦੇ ਨਾ ਤਾਂ ਆਪਣੇ ਪਰਿਵਾਰ ਨੂੰ ਇਹ ਸਿਖਾਇਆ, ਮਿਹਨਤ ਦੀ ਰੋਟੀ ਖਾਣਾ, ਕੰਮ ਕਰਦਾ, ਪੈਸੇ ਮਿਲਦੇ ਹੈ, ਪਰਿਵਾਰ ਨੂੰ ਰੋਟੀ ਦਿੰਦਾ, ਪਰਿਵਾਰ 'ਚ ਕੰਮ ਕਰਦੇ, ਯੂ ਵੀ ਮਿਹਨਤ ਕਰ ਰਹੇ, ਬੱਚੇ ਮਿਹਨਤ ਕਰ ਰਹੇ, ਆਪਣੀ ਰੋਟੀ ਖਾ ਰਹੇ। ਮੈਨੂੰ ਨੀਂਦ ਤਾਂ ਆਵੇ ਜਾਂ ਮੈਨੂੰ ਪ੍ਰੈਸ਼ਰ ਤਾਂ ਆਵੇ ਜਿਵੇਂ ਮਾੜੇ ਕੰਮ ਕਰਾਂ। ਹਾਂ, ਮੈਨੂੰ ਕਹਿੰਦਾ ਯੋਗਰਾਜ ਸਿੰਘ ਤੈਨੂੰ 10,000 ਕਰੋੜ ਰੁਪਈਆ ਦਿੰਦੇ ਆ, ਤੈਨੂੰ 2,000 ਕਰੋੜ ਰੁਪਈਆ ਦਿੰਦੇ ਆ, ਤੈਨੂੰ ਕੋਠੀ ਦਿੰਦੇ ਆ, ਤੈਨੂੰ ਕਿਆ ਬਾਤ ਹੈ, ਤੂੰ ਚੁੱਪ, ਬੋਲਣਾ ਨਹੀਂ। ਮੈंने ਕੋਈ ਗੱਲ ਕਹੀ, मैं कहा मेरे गुरु ने मैंने सिखाया, गुरु अर्जन देव जी कहते, जब तक जग में रहिए कुछ सुनिए कुछ कहिए, जो कहिए सच कहिए, सच्चा नाव वरतदा सच बोले। मैं तो अपने गुरु दे उस कदमां ते तुरदा, मैनू कदे खौफ नहीं होया। मैं रात को 2 बजे 3 बजे 4 बजे जिधर जाना जय जयकार होंदी है। सारे पुलिस तो लैके BSF तो लैके मिलटरी तो लैके लोगों तो लैके किसी भी कोई मैनू मंगता मिलता मैं हाथ जोड़ के उन्होंने पैसे दिना, तू लै ला यार, गुरु महाराज ने भेजे, मैं तेरा गरीब भरा, मेरे नाल जफ्फी पा ला। मेरा प्यार ही लोगों नाल इन्ना है। और जिहड़ा बंदा प्यार बनता फिरे ना, उन्होंने मौत का डर नहीं होंदा। मौत का डर उन्होंने सताउंदा है जिन्होंने गनमैन रखे Z सिक्योरिटी। 100 बंदे आ जा आ जा आ जा मेरे आले दुआले, हाय मैं कितने इत्थे जा रहे देखी कुछ हो ना जाए। देखिए ना मंत्रियों का हाल, देखो इन्हों के लीडर का हाल की है। हाँ जी, आह ढंडरियां वाला इन्हें रखे आ, फड़ के 4 के 47 बंदे रखे। क्यों रखे? चोर ते ठग हमेशा अपनी सिक्योरिटी करूगा, जिहड़ा साध है उन्होंने सिक्योरिटी की लोड़ ही नहीं। इस करके पुत मैं आराम ना सौंदा, ਜਿਹੜੀ ਗੱਲ कहनी है ठोक के कहनी है, अख चक पा के कहनी है। जे मेरे घर का कोई गलत है तां भी गलत कहना है, जे बाहरला कोई गलत करता तां भी गलत कहना है। जे मैं कोई गलती करता तो मैं सुधारन की कोशिश करता। मैं योगराज सिंह ने अपने आप को, मैं रोज़ डायरी लिखता, मैनू आ चेंज करना चाहिए, मैनू आ चेंज करना चाहिए, तो मेरे को 1000 गल्लां लिखी हुई हैं जिहड़ियां चों मैं 800-900 चेंज करनी है। सो बंदा अपने आप को सुधार ले। ट्रोलर नूं ये पुछां
ਵੀ ਤੁਸੀਂ ਆਪਣੇ ਗਰੇਬਾਂ 'ਚ ਝਾਂਕ ਕੇ ਦੇਖੇ ਕਿ ਤੁਸੀਂ ਕੌਣ ਹੈ। ਤੁਸੀਂ ਤਾਂ ਇਨਸਾਨ ਵੀ ਹੈ ਨਹੀਂ, ਤੁਸੀਂ ਤਾਂ ਨਰਕਾਂ ਦੇ ਵੀ ਭਾਗੀ ਨਹੀਂ। ਇਸ ਕਰਕੇ ਭੌਂਕੋ, ਜ਼ਰੂਰ ਭੌਂਕਿਓ, ਔਰ ਉੱਚੀ ਉੱਚੀ ਭੌਂਕਿਆ ਕਰੋ, ਤਾਂ ਕਿ ਜਿਹੜੀ ਆਵਾਜ਼ ਹੈ ਤੁਹਾਡੀ ਭਰਮੰਡ ਤੱਕ ਜਾਵੇ। ਤੇ ਜਿੱਦਣ ਤੁਸੀਂ ਭੌਂਕ ਕੇ ਥੱਕ ਜਾਓ ਉਦੋਂ ਬਹਿ ਜਾ ਕਰੋ। ਸੋ ਤੁਹਾਨੂੰ ਪੈਸੇ ਮਿਲਦੇ ਆ ਭੌਂਕਣ ਤੇ, ਕੈਰੀ ਔਨ, ਬਹੁਤ ਚੰਗੀ ਗੱਲ ਹੈ। ਇਹਨਾਂ ਦੀ ਗੱਲਾਂ ਤੇ ਗੌਰ ਨਹੀਂ ਕਰਨਾ। ਮੈਂ ਸੁਣਦਾ ਨਹੀਂ ਇਹਨਾਂ ਨੂੰ। ਮੈਨੂੰ ਕਈ ਵਾਰ ਕਹਿੰਦੇ ਫਲਾਨਾ ਲਿਖਦਾ, ਮੈਂ ਕੋਲ ਲਿਖਣ ਦੇ, ਫਲਾਨਾ ਕਰਦਾ, ਲਿਖਣ ਦੇ। ਜੇ ਮੇਰੇ 99% ਲੋਕ ਮੈਨੂੰ ਪਿਆਰ ਕਰਦੇ ਤੇ 1% ਮੇਰੇ ਨਾਲ ਨਫ਼ਰਤ ਵੀ ਕਰਨੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੂੰ ਗੁਰੂਆਂ ਨੂੰ ਨਹੀਂ ਛੱਡਿਆ, ਪੀਰਾਂ ਪੈਗੰਬਰਾਂ ਨੂੰ ਨਹੀਂ ਛੱਡਿਆ, ਉਹਨਾਂ ਨੂੰ ਕਰਈਆ ਕਹਿਤਾ, ਉਹਨਾਂ ਨੂੰ ਪੱਥਰ ਮਾਰੇ, ਧੱਕੇ ਮਾਰੇ। ਤੇ ਆਪਾਂ ਕੀ ਚੀਜ਼ਾਂ ਪਰ ਰਹਿਣਾ ਚੜ੍ਹਦੀ ਕਲਾ ਚਾਹੀਦਾ, ਥਾਪੜਾ ਚਾਹੀਦਾ ਗੁਰੂ ਦਾ, ਬਾਕੀ ਕੋਈ ਪਰਵਾਹ ਨਹੀਂ ਕਿਸੇ ਦੀ। ਸਰ ਸਾਡਾ ਇਤਿਹਾਸ ਬਹੁਤ ਸ਼ਾਨਦਾਰ ਹੈ, ਖਾਸ ਕਰ ਜੇ ਸਿੱਖਾਂ ਦੀ ਗੱਲ ਕੀਤੀ ਜਾਵੇ, ਜਿੱਦਾਂ ਕਿ ਮੈਂ ਇਤਿਹਾਸ ਹੀ ਸਿੱਖਾਂ ਦਾ ਹੈ, ਹੋਰ ਤਾਂ ਕੋਈ ਇਤਿਹਾਸ ਹੀ ਹੈ ਨਹੀਂ। ਦੱਸੋ ਕਿਹੜਾ ਹੈਗਾ? ਹਾਂਜੀ ਬਿਲਕੁਲ, ਉਹੀ ਮੈਂ ਗੱਲ ਕਰ ਰਹੀ ਹਾਂ ਹੋਰ ਕੋਈ ਹਿਸਟਰੀ ਹੈਗੀ ਤੁਹਾਨੂੰ ਦੱਸ ਦਿਓ। ਅਸੀਂ ਜੀ ਇਹਨਾਂ ਚੀਜ਼ਾਂ ਨੂੰ ਅੱਜ ਤੁਹਾਨੂੰ ਲੱਗਦਾ ਨਹੀਂ ਕਿ ਜਨਰੇਸ਼ਨ ਇਹਨਾਂ ਚੀਜ਼ਾਂ ਤੋਂ ਪਹਿਲੇ ਹੀ ਇੰਨੀ ਖਾਸ ਵਾਕਿਫ ਨਹੀਂ ਹੈਗੀ, ਉਹਨਾਂ ਨੂੰ ਕੋਈ ਖਾਸਾ ਨਹੀਂ ਪਤਾ, ਔਰ ਪਤਾ ਹੋਣਾ ਚਾਹੀਦਾ, ਲੇਕਿਨ ਉਸ ਚੀਜ਼ ਦਾ ਪ੍ਰਚਾਰ ਪ੍ਰਸਾਰ ਕਿਤੇ ਨਾ ਕਿਤੇ ਘਟਦਾ ਜਾ ਰਿਹਾ ਹੈ। ਔਰ ਇਹ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਚੱਕਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਔਰ ਡਿਵੀਜ਼ਨ ਦੇ ਵਿੱਚ ਨਫ਼ਰਤਾਂ ਫੈਲਾਈਆਂ ਜਾ ਰਹੀਆਂ। ਕੌਣ ਪੜਾਵੇ? ਮਾਂ ਪੜਾਵੇ, ਜਨਨੀ, ਪਿਓ ਪੜਾਵੇ, ਟਾਈਮ ਨਹੀਂ, ਵਕਤ ਨਹੀਂ। ਬੱਚਾ ਜੰਮ ਲਿਆ, ਵਿਆਹ ਕਰਾ ਲਿਆ, ਕੋਈ ਕੰਮ ਹੈ? ਇੱਕ ਲਾਈਫ ਪੈਦਾ ਕਰੋ, ਉਹਨੂੰ ਦੱਸੋ ਕਿ ਜਿਸ ਧਰਮ ਦੇ ਵਿੱਚ ਤੂੰ ਪੈਦਾ ਹੋਇਆ, ਜਿਸ ਵਰਗ ਦੇ ਵਿੱਚ ਤੂੰ ਪੈਦਾ ਹੋਇਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇਹ ਸਿਖਾਓ। ਆਪਣੇ ਆਪਣੇ ਧਰਮ ਦੇ ਹਿਸਾਬ ਨਾਲ ਉਹਨਾਂ ਨੂੰ ਪੂਜਾ ਪਾਠ ਸਿਖਾਓ। ਉਹਨਾਂ ਨੂੰ ਦੱਸੋ ਕਿ ਆਪਾਂ ਧਰਤੀ ਤੇ ਪਿਆਰ ਕਰਨ ਵਾਸਤੇ ਆਏ ਹਾਂ, ਇੱਕ ਦੂਜੇ ਵਾਸਤੇ ਕੁਰਬਾਨ ਹੋਣ ਵਾਸਤੇ ਆਏ ਹਾਂ। ਆਪਾਂ ਉਸ ਖੁਦਾ ਦੇ ਬੰਦੇ, ਆਪਾਂ ਉਸ ਖੁਦਾ ਨੂੰ, ਪਿਤਾ ਨੂੰ ਖੁਸ਼ ਕਰਨਾ। ਕੌਣ ਦੱਸੂਗਾ ਬੇਟਾ? ਟਾਈਮ ਹੀ ਹੈ ਨਹੀਂ। ਮੈਨੂੰ ਤੁਸੀਂ ਦੱਸ ਦਿਓ ਜਾਂ ਕੋਈ ਹੋਰ ਦੱਸ ਦੇ ਕਿ ਕਿੰਨਾ ਕੁ ਟਾਈਮ ਤੁਸੀਂ ਬੱਚਿਆਂ ਨੂੰ ਦਿੰਦੇ ਹੋ, ਪਰ ਮੈਂ ਆਪਣੇ ਬੱਚਿਆਂ ਨੂੰ ਪੂਰਾ ਟਾਈਮ ਦੇ ਕੇ ਗੁਰਬਾਣੀ ਤੋਂ ਲੈ ਕੇ ਹਰ ਧਰਮ ਦੀ ਗੱਲ ਉਹਨਾਂ ਨੂੰ ਦੱਸਦਾ। ਮੇਰੇ ਘਰ ਸਾਹਮਣੇ ਵਾਲ ਕਟਾਏ ਹੋਏ ਆ, ਕੀ ਕਰੋ? ਸਿੱਖ ਨਹੀਂ? ਮੈਨੂੰ ਕਿਹੜਾ ਕਹਿ ਦੂਗਾ ਕਿ ਭਾਈ ਤੂੰ ਪੱਗ ਨਹੀਂ ਬੰਨੀ, ਤੂੰ ਕੇਸ ਨਹੀਂ ਰੱਖੇ ਤਾਂ ਤੂੰ ਸਿੱਖ ਨਹੀਂ? ਮਾਂ ਨੂੰ ਕਹਿਣਾ ਜਾ ਦਫਾ ਵੀ ਤੁਰੇ ਫਿਰਦੇ ਤੁਹਾਡੇ ਵਰਗੇ। ਮੇਰੀ ਆਪ ਦੀ ਇੱਛਾ ਹੈ ਕਿ ਮੈਂ ਆਪਣੇ ਗੁਰੂਆਂ ਨੂੰ, ਆਪਣੇ ਪੀਰਾਂ ਨੂੰ, ਉਸ ਅਕਾਲ ਪੁਰਖ ਨੂੰ, ਲੋਕਾਂ ਨੂੰ ਕਿੰਨਾ ਕੁ ਪਿਆਰ ਕਰਦਾ, ਉਹ ਮੈਂ ਜਾਣਦਾ, ਮੇਰਾ ਦਿਲ ਜਾਣਦਾ। ਸੋ ਮੈਂ ਸਮਝਦਾ ਦੱਸਣ ਵਾਲਾ ਚਾਹੀਦਾ। ਮੈਂ ਰੋਜ਼ ਇਹ ਗੱਲਾਂ ਕਰਦਾ, ਤੁਹਾਡੇ ਨਾਲ ਜਦ ਵੀ ਗੱਲ ਕਰਦਾ, ਇੰਟਰਵਿਊ ਗੱਲ ਕਰਦਾ, ਗੁਰੂਆਂ ਦੀ ਗੱਲਾਂ ਹੁੰਦੀਆਂ, ਪੀਰਾਂ ਦੀਆਂ ਗੱਲਾਂ ਹੁੰਦੀਆਂ, ਰੱਬ ਦੀਆਂ ਗੱਲਾਂ ਹੁੰਦੀਆਂ, ਬਾਬਾ ਦੀਪ ਸਿੰਘ ਦੀਆਂ ਗੱਲਾਂ ਹੁੰਦੀਆਂ ਕਿ ਨਹੀਂ ਹੁੰਦੀਆਂ? ਆਪਾਂ ਪਿਛਲੀ ਵਾਰੀ ਇੰਟਰਵਿਊ ਕੀਤੀ ਸੀ, ਕਿੰਨਾ ਇਫੈਕਟ ਹੋਇਆ ਲੋਕਾਂ 'ਤੇ ਕਿ ਆਪਾਂ ਕਿਵੇਂ ਲਾਈਫ ਆਪਣੀ ਜੀਣੀ ਚਾਹੀਦੀ ਹੈ। ਸੋ ਆਪਾਂ ਦੱਸਦੇ ਹੀ ਨਹੀਂ। ਆਪਾਂ ਤਾਂ ਲੱਗੇ ਹੋਏ ਆ ਮੈਂ ਡਾਂਸਿੰਗ ਫਲਾਨਾ ਇਹ ਉਹ। ਤੁਹਾਨੂੰ ਆਪਦੀ ਪੰਜਾਬੀ ਨਹੀਂ ਪੂਰੀ ਲਿਖਣੀ ਆਉਂਦੀ, ਪੜ੍ਹਨੀ ਆਉਂਦੀ, ਤੇ ਇਹ ਸਿਖਾਊਗਾ ਕੌਣ ਭਾਈ? ਮੈਨੂੰ ਪਹਿਲਾਂ ਇਹ ਦੱਸੋ। ਜਿਹੜੀ ਮਾਂ ਨੇ 9 ਮਹੀਨੇ ਮੇਰੇ ਅੱਗੇ ਪੁੱਤ ਨੂੰ ਆਪਣੇ ਢਿੱਡ 'ਚ ਰੱਖਿਆ, ਉਹ ਮੈਨੂੰ ਸਿਖਾਊਗੀ ਨਾ ਕਿ ਭਾਈ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਸੋ ਪੁੱਤਰ ਗੱਲ ਇਹ ਹੈ, ਪੜ੍ਹਾਈ ਘਰ ਤੋਂ ਸ਼ੁਰੂ ਹੁੰਦੀ ਹੈ। ਸਕੂਲ ਵਾਲੇ ਕੀ ਪੜ੍ਹਾਉਣਗੇ? ਤੁਸੀਂ ਆਪਣੇ ਖਾਨਦਾਨ ਦੇ ਵਿੱਚ ਆਪਣੇ ਬੱਚਿਆਂ ਨੂੰ। ਹੁਣ ਮੇਰੀ ਬਿਟੀਆ ਆ ਰਹੀ ਹੈ ਇੰਗਲੈਂਡ ਤੋਂ, ਯੂਵੀਜ਼ ਵਾਈਫ। ਮੇਰੀ ਤਾਂ ਬੇਟੀ ਹੈ, ਮੈਂ ਤਾਂ ਡਾਟਰ ਇਨ ਲਾ ਕਹਿੰਦਾ ਨਹੀਂ। ਮੇਰਾ ਗ੍ਰੈਂਡਸਨ ਆਇਆ, ਬਾਬਾ ਜੀ ਨੇ ਬਖਸ਼ਿਆ, ਸ਼ੁਕਰ ਹੈ ਮਹਾਰਾਜ। ਹੁਣ ਉਹ ਆਊਗਾ ਤੇ ਉਹਨੂੰ ਮੈਂ 24 ਘੰਟੇ ਟਾਈਮ ਦੇਵਾਂਗਾ। ਭਾਈ ਸਿੱਖ ਕੌਮ ਇੱਦਾਂ, ਗੁਰੂ ਇੱਦਾਂ, ਆਹ ਸਾਡੇ ਪੀਰ, ਆਹ ਸਾਡੇ ਜਰਨੈਲ, ਆਹ ਸਾਡੇ ਹਰੀ ਸਿੰਘ ਨਲੂਏ, ਆਹ ਬਾਬਾ ਦੀਪ ਸਿੰਘ ਜੀ, ਆਹ ਗੁਰੂ ਨਾਨਕ ਦੇਵ ਜੀ ਆਪਣੇ ਵੱਡ ਵਡੇਰੇ, ਆਹ 10 ਗੁਰੂ। ਮੈਂ ਉਹਨੂੰ ਪੜ੍ਹਾਊਂਗਾ। ਕਿਤਾਬ ਦਿੱਤੀ ਸਿੱਖੀ ਤੇ, ਉਹ ਪੜ੍ਹ ਰਹੀ ਹੈ। ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨੇ ਆਪਦਾ ਧਰਮ ਛੱਡਦਾ। ਉਹ ਚੰਗੀਆਂ ਚੀਜ਼ਾਂ ਪੜ੍ਹ ਰਹੀ ਹੈ। ਹਰ ਧਰਮ ਦੀ ਪੜ੍ਹਾਈ ਹੋਣੀ ਚਾਹੀਦੀ ਹੈ। ਹਰ ਬੰਦੇ ਨੂੰ ਆਪਣੇ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ, ਲੇਕਿਨ ਧੱਕੇ ਨਾਲ, ਪਿਆਰ ਨਾਲ। ਸੋ ਬੇਟਾ ਜੀ, ਜਿਹੜਾ ਸਵਾਲ ਤੁਸੀਂ ਕੀਤਾ, ਤੁਸੀਂ ਆਪਣੇ ਆਪ ਨੂੰ ਵੀ ਪੁੱਛ ਲਿਓ। ਆ ਭਾਈ ਸਾਡਾ ਪੁੱਤ ਖੜਾ ਕੈਮਰੇ ਵਾਲਾ, ਇਹ ਵੀ ਪੁੱਛ ਲਵੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਦੇ ਆਪਣੇ ਧਰਮ ਬਾਰੇ ਸਿਖਾਇਆ? ਜੇ ਨਹੀਂ ਸਿਖਾਇਆ ਤਾਂ ਫਿਰ ਤੁਸੀਂ ਗੁਨਾਹਗਾਰ ਹੋ। ਸਰ ਤੁਸੀਂ ਇੱਦਾਂ ਦੀ ਸਟੇਟਮੈਂਟਸ ਵਾਸਤੇ ਕੀ ਕਹਿਣਾ ਚਾਹੋਗੇ? ਤੁਸੀਂ ਜਿਵੇਂ ਕਿ ਪਹਿਲੇ ਗੱਲ ਵੀ ਕੀਤੀ ਹੈ ਕਿ ਸਿਮਰਨਜੀਤ ਸਿੰਘ ਮਾਨ ਜੀ ਦੇ ਬੇਟੇ ਜਿਹੜੇ ਇਮਾਨ ਹੈਗੇ ਆ, ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਅਰਸ਼ਦੀਪ ਨੂੰ ਕੋਈ ਇੰਨਾ ਇਸ ਚੀਜ਼ ਨੂੰ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਜੇ ਉਹਨਾਂ ਨੂੰ ਖਾਲਿਸਤਾਨ ਕਿਹਾ। ਸੋ ਤੁਸੀਂ ਇੱਕ ਸੀਨੀਅਰ ਸਿਟੀਜ਼ਨ ਹੋਣ ਨਾਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਕਿ ਸਮਾਜ 'ਤੇ ਇਹੋ ਜਿਹੀਆਂ ਗੱਲਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ? ਮੈਂ ਤੁਹਾਨੂੰ ਕਿਹਾ ਨਾ ਹੁਣ ਕਿ ਸਿੱਖ ਕੌਮ ਦੇ ਵਿੱਚ ਗੱਦਾਰਾਂ ਦੀ ਕੋਈ ਕਮੀ ਨਹੀਂ। ਚਲੋ ਇਹ ਛੱਡੋ, ਇਹਨੂੰ ਇਹ ਪੁੱਛੋ ਵੀ ਆ 150 ਕਿੱਲਾ ਜ਼ਮੀਨ ਜਿਹੜੀ ਤੇਰੀ ਖਾਲੀ ਕਰਾਈ ਹੈ ਹੁਣੇ ਸੀਐਮ ਨੇ ਆਪ ਵਿੱਚ ਬੈਠ ਕੇ, ਇਹ ਕਿੱਥੋਂ ਆਈ ਹੈ? ਇਹ ਕੋਠੀ 9 ਸੈਕਟਰ ਦੀ ਕਿੱਥੋਂ ਆਈ ਹੈ? ਇਹਨਾਂ ਦੇ ਨਾਲ ਹੋਰ ਵੀ ਕਈ ਟੋਟੂ ਮਿਲੇ ਹੋਏ ਆ ਜਿਨ੍ਹਾਂ ਨੂੰ ਪੈਸੇ ਦਿੰਦੇ ਆ। ਕਿੱਡਾ ਕੁ ਸਿੱਖ ਕੌਮ ਦਾ ਇਹ ਲੀਡਰ ਹੈ ਕਿ ਜਦ 1987 ਸ਼ਾਇਦ ਇਲੈਕਸ਼ਨ ਸੀਗੀ, ਮੇਰੇ ਯਾਦ ਹੈ, ਜਦ 92 93 ਸੀਟਾਂ ਆਈਆਂ ਸੀ, ਸਿਮਰਨਜੀਤ ਸਿੰਘ ਮਾਨ ਸਿੰਘ ਜਿੱਤ ਗਏ ਸੀ, ਉਦੋਂ
ਇਹਨੇ ਆਪ ਦਾ ਰਾਜ ਨਾ ਸਥਾਪਿਤ ਕਰ ਸਕਿਆ। ਤੁਹਾਨੂੰ ਪਤਾ ਸਾਰਿਆਂ ਨੂੰ। ਮੈਂ ਇਹਨਾਂ ਲੋਕਾਂ ਨੂੰ ਜ਼ਿੰਦਗੀ 'ਚ ਕਦੇ ਵੀ ਲਾਈਕ ਨਹੀਂ ਕਰਦਾ, ਕਿਉਂਕਿ ਇੰਬੈਲੈਂਸਡ ਲੋਕ ਨੇ। ਇਹਨਾਂ ਨੂੰ ਸਿਰਫ ਸੱਤਾ ਚਾਹੀਦੀ ਹੈ, ਪੈਸਾ ਚਾਹੀਦਾ ਹੈ। ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਪਣੀ ਐਸ਼ੋ ਆਰਾਮ ਚਾਹੀਦਾ, ਆਪਣੀਆਂ ਕੋਠੀਆਂ, ਆਪਣੀਆਂ ਜਾਇਦਾਦਾਂ ਚਾਹੀਦੀਆਂ। ਅਤੇ ਯੂਜ਼ ਪਤਾ ਕਿਹਨੂੰ ਕਰਦੇ ਆ? ਸਿੱਖਾਂ ਨੂੰ। ਕਿਉਂਕਿ ਸਿੱਖ ਜਿਹੜੇ ਹੈ ਉਹ ਪਾਠ ਪੂਜਾ 'ਚ ਇੰਨੇ ਕੁ ਮਗਨ ਨੇ, ਗੁਰੂ ਮਹਾਰਾਜ ਦੀ ਗੱਲਾਂ 'ਚ ਇੰਨੇ ਮਗਨ ਨੇ ਕਿ ਉਹ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ। ਸਾਰੇ ਨਹੀਂ ਆਉਂਦੇ। ਬਾਬਾ ਬੰਤਾ ਸਿੰਘ ਹੋਣੀ ਟਕਸਾਲ ਵਾਲੇ ਹੈਗੇ ਨੇ ਸਿੰਘ, ਕੀ ਮਜ਼ਾਲ ਹੈ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ, ਤੁਹਾਨੂੰ ਲੱਗ ਪਤਾ ਜਾਣ ਜਿਹੜੇ ਭਾਵਿਕ ਦੀ ਹੈ। ਉਹ ਹੈ ਹੀ ਐਸੇ ਨਿਮਰਤਾ 'ਚ। ਇਹੀ ਲੋਕ ਨੇ ਜਿਨ੍ਹਾਂ ਨੇ ਸਿੱਖ ਕੌਮ, ਜਦ ਪਾਰਟੀਸ਼ਨ ਹੋਈ ਉਦੋਂ ਤਾਰਾ ਸਿੰਘ ਚਲਾ ਗਿਆ, ਬਲਵੰਤ ਸਿੰਘ ਚਲਾ ਗਿਆ, ਉਹ ਵਿਕ ਗਏ, ਉਹ ਉਹਨਾਂ ਦੇ ਗੋਦੀਆਂ 'ਚ ਬੈਠ ਗਏ, ਉਹਨਾਂ ਨੇ ਪੈਸੇ ਲੈ ਲਏ, ਉਹਨਾਂ ਨੇ ਜਾਇਦਾਦਾਂ ਬਣਾ ਲਈਆਂ। ਸਾਡੀ ਸਿੱਖ ਕੌਮ ਦੇ ਵਿੱਚ ਬੰਦਾ ਸਿੰਘ ਬਹਾਦਰ ਲਾਹੌਰ ਫਤਿਹ ਕਰਨ ਲੱਗਿਆ ਤਾਂ ਸਾਹਮਣੇ ਕਿਹੜੇ ਲੋਕ ਖੜੇ ਸੀ? ਮੁਗਲਾਂ ਦੇ ਨਾਲ ਰਲੇ ਹੋਏ ਸਾਡੇ ਹੀ ਬੰਦੇ ਸੀ। ਬੰਤਾ ਸਿਓ, ਬੋਤਾ ਸਿਓ, ਭਾਗ ਸਿਓ, ਜਿੰਨੇ ਵੀ ਸੀ ਸਾਰੇ ਉੱਥੇ ਹੀ ਖੜੇ ਸੀ। ਸੋ ਮੈਂ ਇਸ ਬਦਨਸੀਬੀ ਹੈ ਸਾਡੀ ਸਿੱਖ ਕੌਮ ਦੀ ਕਿ ਅਸੀਂ ਇੱਕ ਤਾਂ ਇਕੱਠੇ ਨਹੀਂ ਹੋ ਸਕਦੇ। ਦੂਜੀ ਗੱਲ, ਸਾਡੇ ਕੋਲ ਲੀਡਰ ਹੀ ਕੋਈ ਨਹੀਂ। ਅੱਜ ਸਿੱਖ ਕੌਮ ਨੂੰ ਇੱਕ ਜਰਨੈਲ ਚਾਹੀਦਾ ਜਿਹੜਾ ਮੂਹਰੇ ਚੱਲ ਸਕੇ ਤੇ ਸਰਕਾਰ ਦੀਆਂ, ਲੋਕਾਂ ਦੀ ਅੱਖਾਂ 'ਚ ਅੱਖ ਪਾ ਕੇ ਗੱਲ ਕਰ ਸਕੇ ਤੇ ਪਿੱਛੇ ਉਹਦੇ ਚੱਲੇ। ਜਰਾ 2-3 ਕਰੋੜ ਬੰਦਾ ਇਹ ਕਹਿੰਦੇ ਨੇ 2% ਹੈ, ਲੈ ਲਾਂਗੇ ਲੱਕੋ, ਤੁਸੀਂ ਆਇਓ ਸੀ ਫਿਰ ਤੁਹਾਨੂੰ ਦੱਸਾਂਗੇ ਕਿਹੜੇ ਭਾਪੇ ਦੀ। ਜੀ ਸਰ, ਔਰ ਅਖੀਰ ਦੇ ਵਿੱਚ ਸਰ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਯੁਵਰਾਜ ਨੂੰ ਇੱਕ ਸਟ੍ਰਿਕਟ ਫਾਦਰ ਦੀ ਤਰ੍ਹਾਂ, ਇੱਕ ਅੱਛੇ ਗੁਰੂ ਦੀ ਤਰ੍ਹਾਂ ਜ਼ਿੰਦਗੀ ਦਾ ਲੈਸਨ ਹੀ ਨਹੀਂ ਪੜ੍ਹਾਇਆ। ਕ੍ਰਿਕਟ ਦੇ ਵਿੱਚ ਵੀ ਅੱਜ ਜੇ ਉਹਨਾਂ ਦਾ ਨਾਮ ਹੈ ਤੇ ਉਸ ਦੇ ਪਿੱਛੇ ਤੁਹਾਡਾ ਥਾਪੜ ਹੈ, ਤੁਹਾਡੀਆਂ ਸਿਖਾਈਆਂ ਗਈਆਂ ਸਿੱਖਿਆਵਾਂ ਨੇ। ਔਰ ਸਰ ਜਦੋਂ ਜਿੱਤ ਹਾਰ ਦੀ ਗੱਲ ਹੁੰਦੀ ਸੀ, ਜਾਂ ਤੁਹਾਡੀ ਜਰਨੀ 'ਚ ਵੀ ਜਦੋਂ ਜਿੱਤ ਹਾਰ ਦੀ ਗੱਲ ਹੁੰਦੀ ਸੀ, ਘਰ ਦੇ ਵਿੱਚ ਕਦੀ ਇਹ ਪ੍ਰੈਸ਼ਰ ਯੂਵੀ ਦੇ ਨਾਲ ਜਾਂ ਤੁਹਾਡੇ ਆਪਣੇ ਖੁਦ ਦੇ ਨਾਲ ਦੇਖਿਆ ਗਿਆ? ਪਹਿਲੀ ਗੱਲ ਤਾਂ ਮੈਂ ਇੰਨੇ ਜੋਗਾ ਹੀ ਹੈ ਨਹੀਂ ਕਿ ਮੈਂ ਕਿਸੇ ਨੂੰ ਕੁਝ ਬਣਾਵਾਂ। ਇਹ ਗੁਰੂ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਮੇਰੇ ਕੁਝ ਕਰਮ ਚੰਗੇ ਸੀ, ਮੈਨੂੰ ਯੁਵਰਾਜ ਸਿੰਘ ਵਰਗਾ ਲਾਲ ਮਿਲਿਆ, ਮੈਨੂੰ ਅਮਰਜੋਤ ਵਰਗੀ ਡਾਟਰ ਮਿਲੀ, ਵਿਕਟਰ ਵਰਗਾ ਪੁੱਤਰ ਮਿਲਿਆ, ਅਵੀਰਾ ਵਰਗੀ ਬੇਟੀ ਮਿਲੀ, ਹੇਜ਼ਲ ਵਰਗੀ ਬੇਟੀ ਮਿਲੀ, ਜ਼ੋਰਾਵਰ ਸਿੰਘ ਵਰਗਾ ਪੁੱਤ ਮਿਲਿਆ। ਇੰਨੀਆਂ ਸੋਹਣੀਆਂ ਔਰਤਾਂ, ਇੰਨੀਆਂ ਚੰਗੀਆਂ ਔਰਤਾਂ ਮਿਲੀਆਂ। ਇਹ ਮੇਰੇ ਕਰਮ ਚੰਗੇ ਸੀ। ਲੇਕਿਨ ਮੈਂ ਹਰੇਕ ਬੱਚੇ ਨੂੰ ਇਸ ਤਰ੍ਹਾਂ ਹੀ ਬਣਾਇਆ। ਹਰੇਕ ਬੱਚਾ ਮੇਰਾ ਸਪੋਰਟਸ ਓਰੀਐਂਟਡ ਫਿਟਨੈਸ ਦੇ ਵਿੱਚ ਚੱਲਦਾ ਹੈ। ਉਹਨਾਂ ਨੂੰ ਮੈਂ ਤੋਰ ਰਿਹਾ, ਪੁਸ਼ ਕਰ ਰਿਹਾ। ਗੁਰੂ ਮਹਾਰਾਜ ਦੀ ਮੈਨੂੰ ਮਦਦ ਮਿਲ ਰਹੀ ਹੈ, ਥਾਪੜਾ ਮਿਲ ਰਿਹਾ। ਇਹਨਾਂ ਦੇ ਪਰਿਵਾਰ ਹੈ, ਬਾਬਾ ਦੀਪ ਸਿੰਘ ਜੀ ਦੀ ਮਹਾਰਾਜ ਦਾ, ਇਹਨਾਂ ਦੇ ਦਿੱਤੇ ਬੱਚੇ ਨੇ, ਇਹਨਾਂ ਦਾ ਸਿਰ 'ਤੇ ਹੱਥ ਹੈ ਅਤੇ ਉਹ ਥਾਪੜਾ ਚੱਲ ਰਿਹਾ ਹੈ। ਲੇਕਿਨ ਜ਼ਿੰਦਗੀ ਦੇ ਵਿੱਚ ਕਦੇ ਸਾਨੂੰ ਇਹ ਫੀਲ ਹੀ ਨਹੀਂ ਹੋਇਆ, ਕਿਉਂਕਿ ਮੈਨੂੰ ਇਹ ਪਤਾ ਹੈ ਕਿ ਬੱਚਿਆਂ ਨੂੰ ਤੁਸੀਂ ਐਸਾ ਬਣਾਓ ਕਿ 2 ਗੱਲਾਂ ਉਹਨਾਂ ਦੇ ਵਿੱਚ ਖਤਮ ਹੋ ਜਾਣ, ਇੱਕ ਮੌਤ ਦਾ ਡਰ ਅਤੇ ਇੱਕ ਬੇਈਮਾਨੀ। ਸਾਡੇ ਘਰ ਦੇ ਵਿੱਚ ਯੂਵੀ ਤੋਂ ਲੈ ਕੇ ਸਾਰੇ ਬੱਚਿਆਂ ਤੋਂ ਲੈ ਕੇ ਕਦੇ ਵੀ ਜ਼ਿੰਦਗੀ 'ਚ 1 ਰੁਪਈਆ ਵੀ ਹਰਾਮ ਦਾ ਨਹੀਂ ਆਇਆ। ਸਭ ਨੇ ਮਿਹਨਤ ਕਰਕੇ ਰੋਟੀ ਖਾ ਕੇ ਵੰਡ ਛਕੀ ਹੈ ਅਤੇ ਸਭ ਦਾ ਭਲਾ ਕੀਤਾ ਅਤੇ ਦਸਾਂਧ ਕੱਢ ਕੇ ਗੁਰੂ ਘਰ ਦਿੱਤੇ। ਡਿਪੈਂਡ ਕਰਦਾ ਕਿ ਤੁਸੀਂ ਆਪਣੀ ਫੈਮਿਲੀ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ। ਮੈਂ ਬੇਸ਼ੱਕ ਅਲੱਗ ਰਹਿਣਾ, ਪਰ ਮੈਂ ਆਪਣੀ ਪਰਿਵਾਰ ਨੂੰ ਹਰ ਪਲ, ਹਰ ਘੜੀ ਸਿੱਖਿਆ ਦਿੰਦਾ ਰਹਿਣਾ। ਹੁਣ ਮੇਰੀ ਬੇਟੀ ਟੈਨਿਸ ਖੇਡ ਰਹੀ ਹੈ, ਸਾਡੀ ਡਰੀਮ ਹੈ ਸਾਰੀ ਫੈਮਿਲੀ ਦੇ, ਕਿਤੇ ਬਹੁਤ ਵੱਡੀ ਸਰੀਨਾ ਵਿਲੀਅਮਸ ਵਰਗੀ ਪਲੇਅਰ ਬਣੂਗੀ। ਉਹਦੇ ਮਦਰ ਉਹਦੇ ਨਾਲ ਜਾ ਰਿਹਾ, ਯੂਵੀ ਮਦਦ ਕਰ ਰਿਹਾ, ਹੈਲਪ ਕਰ ਰਿਹਾ, ਸਾਰਾ ਕੁਛ। ਵੈਸੇ ਮੈਂ ਬੀਬਾ ਜੀ ਤੁਹਾਨੂੰ ਗੱਲ ਕਹਾਂ, ਯੂਵੀ ਵਰਗਾ ਬੇਟਾ ਨਾ ਉਸ ਬੰਦੇ ਨੂੰ ਮਿਲਦਾ ਹੈ, ਉਸ ਮਾਂ-ਬਾਪ ਨੂੰ ਮਿਲਦਾ ਹੈ, ਉਸ ਖਾਨਦਾਨ ਨੂੰ ਮਿਲਦਾ ਜਿਸ ਖਾਨਦਾਨ ਨੇ ਬਹੁਤ ਤਪ ਕੀਤਾ ਹੋਵੇ, ਉਹਦੇ ਕਰਮ ਚੰਗੇ ਹੋਣ, ਉਹਦੇ 'ਤੇ ਰੱਬ ਖੁਸ਼ ਹੋਵੇ, ਗੁਰੂ ਘਰ ਖੁਸ਼ ਹੋਵੇ ਅਤੇ ਸ਼ਹੀਦ ਸਿੰਘ ਖੁਸ਼ ਹੋਣ, ਤਾਂ ਯੁਵਰਾਜ ਸਿੰਘ ਵਰਗਾ ਬੇਟਾ ਮਿਲਦਾ ਹੈ। ਕਿਉਂਕਿ ਉਸ ਬੇਟੇ ਨੇ ਆਪਣੇ ਬਾਪ ਦੀ ਪੱਗ ਦੀ ਖਾਤਰ, ਆਪਣੇ ਬਾਪ ਦੀ ਇੱਜ਼ਤ ਦੀ ਖਾਤਰ ਤਸੀਹੇ ਸਹਿ ਕੇ, ਅੱਗ 'ਚ ਬਲ ਕੇ ਵੱਡਾ ਹੋ ਕੇ ਤੇ ਦੁਨੀਆ ਨੂੰ ਇਹ ਦਿਖਾਤਾ ਕਿ ਆਹ ਲੈ ਮੈਂ ਆਪਣੇ ਬਾਪ ਦੇ ਸਿਰ 'ਤੇ ਜਿਹੜੀ ਪੱਗ ਤੁਸੀਂ ਲਾਈ ਸੀ ਉਹਦਾ ਤੁਰਨਾ ਲਾ ਕੇ ਚੱਲਿਆ, ਆਓ ਮੈਦਾਨ 'ਚ ਨਹੀਂ ਆਉਣਾ। ਸੋ ਆਈ ਥਿੰਕ ਜਦ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਣਾਓ, ਗੁਰੂ ਸਾਹਿਬ ਨੇ ਸਿੰਘਾਂ ਨੂੰ ਬਣਾਇਆ, 10ਵੇਂ ਪਾਤਸ਼ਾਹ ਨੇ ਕੈਸੇ ਸਿੰਘ ਬਣਾਏ, ਬਾਬਾ ਦੀਪ ਸਿੰਘ ਜੀ ਵਰਗੇ ਸਿੰਘ ਦੇਖੋ ਤਾਂ ਸਹੀ, ਤੁਹਾਨੂੰ ਫੋਟੋ ਦੇਖ ਕੇ ਡਰ ਲੱਗਦਾ। ਜਦ ਹੋਣਗੇ ਤਾਂ ਕੀ ਹੋਊਗਾ। ਆਪਣੇ ਸਿੰਘਾਂ ਨੂੰ ਪਿਆਰ ਕੀਤਾ, ਤਿਆਰ ਕੀਤਾ, ਕਿਹਦੇ ਵਾਸਤੇ? ਲੋਕਾਂ ਵਾਸਤੇ, ਕੌਮ ਵਾਸਤੇ। ਸ਼ਹੀਦ ਹੋਏ ਕਿਹਦੇ ਵਾਸਤੇ? ਲੋਕਾਂ ਵਾਸਤੇ, ਕੌਮ ਵਾਸਤੇ। ਆਦਮੀ ਉਹੀ ਹੈ, ਪਰਿਵਾਰ ਉਹੀ ਹੈ ਜਿਹੜਾ ਲੋਕਾਂ ਲਈ ਕੁਰਬਾਨ ਹੋਵੇ, ਆਪਣਿਆਂ ਲਈ ਕੁਰਬਾਨ ਹੋਵੇ, ਕੌਮ ਲਈ ਕੁਰਬਾਨ ਹੋਵੇ। ਉਹ ਲੋਕ ਥੋੜ੍ਹਾ ਵੀ ਤੁਹਾਡੀ ਜੇਬ 'ਚੋਂ ਵੀ ਕੱਢ ਲਿਆ, ਇਹਦੀ ਜੇਬ 'ਚੋਂ ਵੀ ਕੱਢ ਲਿਆ, ਉਹਦੀ ਜੇਬ 'ਚੋਂ ਵੀ ਕੱਢ ਲਿਆ ਅਤੇ ਮੁੜ ਕਰ ਮਰਨ ਲੱਗੇ ਹਾਏ ਹਾਏ ਹਾਏ, ਅਤੇ ਲੋਕੀ ਮਾਰਦੇ ਡਲੇ ਉਹ ਜਾਂਦਾ ਹੀ ਕੁੱਤਾ। ਸੋ ਮੈਂ ਸਮਝਦਾ ਰੱਬ ਨੂੰ ਉਹੀ ਚੀਜ਼ ਪਾਉਂਦੀ ਹੈ ਕਿ ਆਹ ਮੇਰੇ ਸੰਸਕਾਰ ਪੁੱਤ ਤੁਹਾਨੂੰ ਦਿੱਤੇ ਹੋਏ ਆ, ਇਸ ਸੰਸਕਾਰਾਂ 'ਤੇ ਚੱਲਦੇ ਹੋਏ ਰੱਬ ਦਾ ਨਾਂ ਜਪੋ, ਸਭ ਨਾਲ ਪਿਆਰ ਕਰੋ ਅਤੇ ਸਭ ਦੇ ਵਿੱਚ ਰੱਬ ਨੂੰ ਦੇਖੋ। ਜਿਹੜੇ ਸ਼ੈਤਾਨ ਨੇ ਉਹਨਾਂ ਨੂੰ ਲੜੋ, ਉਹਨਾਂ ਦਾ ਵੱਧ ਕਰੋ, ਇਹ ਵੀ ਰੱਬ ਨੇ ਹੁਕਮ ਦਿੱਤਾ ਹੈ।
ਜੀ ਸੋ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ, ਬਹੁਤ ਵਧੀਆ ਲੱਗਦਾ ਹੈ ਹਮੇਸ਼ਾ ਹੀ, ਔਰ ਹੁਣ ਵੀ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਹੀਆਂ, ਇਹ ਜਿਹੜੇ ਛੋਟੇ ਛੋਟੇ ਮੈਸੇजेस ਸਮਝਣ ਵਾਲੇ ਹੈ, ਦੇਖਣ ਵਾਲੇ ਜੋ ਪਿਆਰ ਕਰਦੇ ਨੇ ਜ਼ਰੂਰ ਸਮਝਣਗੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਇੱਕ ਪੋਜ਼ਿਟਿਵ એનર્ਜੀ ਲੈ ਕੇ ਆਣਗੇ। ਸੋ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਦੇਖ ਰਹੇ ਸੀ ਕਿ ਇਹ ਖਾਸ ਇੰਟਰਵਿਊ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਜੁੜੇ ਰਹੋ, ਵੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਸਿਨੇ ਪੰਜਾਬੀ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।